ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਛੰਦ। ਨਮੋ ਚੰਡਕਾ ਕਾਲਕਾ ਬਾਗਬਾਨੀ। ਬਿਘਨਾ ਹਰੰਤੀ ਸਦਾ ਬੁੱਧ ਦਾਨੀ। ਕਰੋ ਦਾਤ ਮਾਤਾ ਮੁਝੈ ਦਾਸ ਜਾਨੋ। ਸੁਛੰਦੰ ਗੁਰੂ ਕੀ ਕਥਾ ਹੋਂ ਬਖਾਨੋ। ਨਮੋ ਚੰਡਕਾ ਕਾਲਕਾ ਬਾਗਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਵਡਭਾਗੀ ਹੋ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਤੁਰਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਜਿਸ ਬਾਣੀ ਦੇ ਦੁਆਰਾ ਹੀ ਸਤਿਗੁਰੂ ਜੀ ਨੇ ਸਾਨੂੰ ਇਸ ਸੰਸਾਰ ਸਮੁੰਦਰ ਤੋਂ ਤਰਨ ਦਾ ਇੱਕ ਬਹੁਤ ਵੱਡਾ ਉਪਕਾਰ ਕੀਤਾ ਹੈ। ਐਸੀ ਜੋ ਤੁਰਕੀ ਬਾਣੀ ਸੋਧਦਾਰ ਰਾਜ ਸਾਹਿਬ ਦੇ ਆਪ ਸੰਗਤਾਂ ਨੇ ਜਾਪ ਸਰਵਣ ਕੀਤੇ ਹਨ। ਹੁਣ ਇਸ ਤੋਂ ਉਪਰੰਤ ਜੋ ਆਪਾਂ ਰੋਜ਼ਾਨਾ ਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਹਾਂ, ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਸਤਿਗੁਰੂ ਜੀ ਕ੍ਰਿਸ਼ਨ ਜੀ ਦੇ ਬ੍ਰਿਜ ਭੂਮੀ ਵਿੱਚ ਗਏ ਹੈ, ਉੱਥੋਂ ਦੇ ਰਹਿਣ ਵਾਲਿਆਂ ਨੂੰ ਉਪਦੇਸ਼ ਕਰਕੇ ਸਿੱਖਿਆ ਦੇ ਕਰਕੇ ਫਿਰ ਸਤਿਗੁਰੂ ਜੀ ਜੋ ਸ਼੍ਰੀ ਰਾਮਚੰਦਰ ਜੀ ਦੀ ਅਯੁੱਧਿਆ ਨਗਰੀ ਹੈ ਉਸ ਥਾਂ 'ਤੇ ਗਏ
ਉੱਥੋਂ ਦੇ ਲੋਕਾਂ ਨੂੰ ਅਤੇ ਪੰਡਤਾਂ ਵਿਦਵਾਨਾਂ ਨੂੰ ਉਪਦੇਸ਼ ਦਿੱਤਾ ਮਹਾਨ। ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਦੇ ਕੇ ਉੱਥੋਂ ਚੱਲ ਕੇ ਗੁਰੂ ਸਾਹਿਬ ਜੀ ਕਾਂਸੀ ਵਿਖੇ ਆ ਗਏ, ਜੋ ਕਿ ਸਨਾਤਨ ਮਤ ਤੋਂ ਲੈ ਕੇ ਹੁਣ ਤੱਕ ਬਹੁਤ ਹਿੰਦੂ ਮਤ ਵਾਲਿਆਂ ਦੀ ਇੱਕ ਟਕਸਾਲ ਹੈ। ਵਿਦਵਾਨਾਂ ਦੀ ਇਹ ਕਾਂਸੀ ਵਿੱਦਿਆ ਦਾ ਭੰਡਾਰ ਮੰਨਿਆ ਗਿਆ ਹੈ। ਪਹਿਲੇ ਸਮੇਂ ਤੋਂ ਲੈ ਕੇ ਅੱਜ ਤੱਕ ਉਸ ਸਥਾਨ 'ਤੇ ਗਏ ਜਿੱਥੋਂ ਦੇ ਪੰਡਿਆਂ ਨੇ ਇਹ ਗੱਲ ਕਹੀ ਕਿ ਮਹਾਰਾਜ ਅਸੀਂ 4 ਵੇਦ 6 ਸ਼ਾਸਤਰ ਪੜ੍ਹਦੇ ਸੁਣਦੇ ਹੀ ਹਾਂ, ਸਾਡਾ ਵਿਹਾਰ ਹੀ ਹੈ, ਪਰ ਫਿਰ ਵੀ ਸਾਡੇ ਮਨ ਨੂੰ ਕੋਈ ਸ਼ਾਂਤੀ ਨਹੀਂ ਹੈ। ਇੰਨਾ ਪੜ੍ਹ ਸੁਣ ਕੇ ਵੀ ਸਾਡੇ ਅੰਦਰੋਂ ਹੰਕਾਰ ਨਹੀਂ ਮਿਟਦਾ। ਆਪ ਜੀ ਕੋਈ ਨਾ ਕੋਈ ਜ਼ਰੂਰ ਪਾਵਨ ਪਵਿੱਤਰ ਉਪਦੇਸ਼ ਬਖਸ਼। ਗੁਰੂ ਸਾਹਿਬ ਜੀ ਨੇ ਕਿਹਾ ਵੀ ਅਸੀਂ ਤਾਂ ਸਿੱਧਾ ਹੀ ਕਹਿੰਦੇ ਹਾਂ ਤੁਹਾਨੂੰ ਕਿ ਤੁਸਾਂ ਨੇ ਭਾਵੇਂ ਕਿੰਨਾ ਵੀ ਪੜ੍ਹ ਲਿਖ ਲਿਆ ਹੈ, ਪਰ ਹਿਰਦੇ ਵਿੱਚ ਖੋਟੀ ਜਿਹੜੀ ਨੀਤੀ ਧਾਰੀ ਹੋਈ ਹੈ, ਹਮੇਸ਼ਾ ਖੋਟ ਰੱਖਦੇ ਹੋ, ਜਿਸ ਕਰਕੇ ਤੁਹਾਡਾ ਪੜ੍ਹਿਆ ਕੋਈ ਕੰਮ ਨਹੀਂ ਹੈ। ਤੁਸਾਂ ਨੇ ਜਿਹੜੀ ਆਤਮ ਵਿਸ਼ੈਣੀ ਬੁੱਧ ਹੈ, ਆਤਮਾ ਨੂੰ ਵਿਸ਼ੇ ਕਰਨ ਵਾਲੀ, ਉਹ ਸ਼ੁੱਧ ਬੁੱਧੀ ਦੇ ਹਿਰਦੇ 'ਚੋਂ ਬਾਹਰ ਕੱਢ ਕੇ ਖੜੀ ਕੀਤੀ ਹੋਈ ਹੈ। ਫਿਰ ਕਿਵੇਂ ਮਨ ਨੂੰ ਸ਼ਾਂਤੀ ਹੋਈ? ਬਾਹਰੀ ਸੁਚਮਤਾਈ ਨਾਲ ਤੇ ਤੁਹਾਡਾ ਕੁਝ ਨਹੀਂ ਹੋਣਾ ਹੈ। ਫਿਰ ਉਪਦੇਸ਼ ਬ੍ਰਹਮ ਗਿਆਨ ਦਾ ਬਖਸ਼ਦੇ ਹੋਏ ਸ਼ਬਦ ਉਚਾਰਿਆ ਸ੍ਰੀ ਰਾਗ ਵਿੱਚ, ਲੱਭ ਕੁੱਤਾ ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਜੀ, ਅਗਨ ਕ੍ਰੋਧ ਚੰਡਾਲ। ਇਹ ਉਪਦੇਸ਼ ਕੀਤਾ ਵੀ ਇਹ ਤੁਹਾਡੇ ਅੰਦਰ ਦੇ ਜਿਹੜੇ ਹੈ ਬਹੁਤਾ ਖਾਣਾ ਲੱਭ ਕਰਨਾ, ਖਾਣ ਦਾ ਲੱਭ ਇਹ ਕੁੱਤਾ ਬੈਠਾ ਹਿਰਦੇ ਵਿੱਚ, ਝੂਠ ਬੋਲਣਾ ਮੁੱਖ ਤੋਂ ਇਹ ਚੂੜਾ ਬੈਠਾ ਹੋਇਆ ਹੈ, ਜਿਹੜੀਆਂ ਤੁਸੀਂ ਠੱਗੀਆਂ ਕਰਦੇ ਹੋ, ਲੁੱਟ ਖੋਹਾਂ ਕਰਕੇ ਖਾਣਾ ਕਰਦੇ, ਖਾਧਾ ਜੋ ਤੁਸਾਂ ਨੇ ਇਹ ਮਰੇ ਹੋਏ ਪਸ਼ੂ ਦੇ ਤੁੱਲ ਖਾਣਾ ਹੈ। ਪਰਾਈ ਨਿੰਦਿਆ ਜਿਹੜੀ ਹੈ ਇਹ ਤਾਂ ਪਰਾਈ ਦੀ ਵਿਸ਼ਟਾ ਹੀ ਹੈ, ਮੁੱਖ ਵਿੱਚ ਨਿਰੀ ਅੱਗ ਵਰਗਾ ਜਿਹੜਾ ਕ੍ਰੋਧ ਚੰਡਾਲ ਉਹ ਇਹਦੇ 'ਚ ਬੈਠਾ ਹੋਇਆ ਹੈ। ਇਸ ਕਰਕੇ ਅਸੀਂ ਤਾਂ ਇਹ ਕਹਿੰਦੇ ਹਾਂ ਵੀ ਬਾਬਾ ਬੋਲੀਏ ਪਤ ਹੋਏ, ਉਸ ਪਰਮੇਸ਼ਰ ਦੇ ਨਾਮ ਨੂੰ ਬੋਲੀਏ, ਜਿਸ ਕਰਕੇ ਇੱਥੇ ਵੀ ਇੱਜ਼ਤ ਹੁੰਦੀ ਹੈ ਅਤੇ ਉੱਥੇ ਵੀ ਇੱਜ਼ਤ ਹੁੰਦੀ ਹੈ। ਕਿਉਂਕਿ ਉਹ ਪੁਰਖ ਊਤਮ ਸੇਦਰ ਊਤਮ ਕਹੀ ਹੈ, ਨੀਚ ਕਰਮ ਬਹਿ ਰੋਏ। ਜਿਹੜੇ ਉੱਤਮ ਕਰਮ ਕਰਦੇ ਆ ਉਹ ਪਰਮੇਸ਼ਰ ਦੇ ਦਰ 'ਤੇ ਵੀ ਉੱਤਮ ਕਹੇ ਜਾਂਦੇ ਆ। ਨੀਚ ਕਰਮ ਕਰਨ ਵਾਲੇ ਇੱਥੇ ਬਹਿ ਕੇ ਰੋਂਦੇ ਅਤੇ ਉੱਥੇ ਵੀ ਰੋਂਦੇ ਹੈ। ਇਹ ਉਪਦੇਸ਼ ਸਤਿਗੁਰੂ ਜੀ ਨੇ ਸਰਵਣ ਕਰਾਇਆ। 2 ਪ੍ਰਕਾਰ ਦਾ ਪੜ੍ਹਨਾ ਦੱਸਿਆ, ਇੱਕ ਤਾਂ ਸੂਰਮਤਾਈ ਵਾਲਾ ਪੜ੍ਹਨਾ, ਸੂਰਮੇ ਦਾ ਪੜ੍ਹਨਾ ਜੋ ਮਹਾਤਮਾ ਸੰਤ ਹੈ ਪੜ੍ਹਨ ਵਾਲੇ। ਇੱਕ ਪਟੇਬਾਜ਼ ਗੱਤਕੇਬਾਜ਼ ਦਾ ਪੜ੍ਹਨਾ ਸਿੱਖਣਾ ਹੈ, ਸਿੱਖਿਆ ਸ਼ਸਤਰ ਵਿੱਦਿਆ ਦਾ। ਅਤੇ ਜਿਹੜਾ ਕੋਈ ਆਪਣਾ ਵੀ ਬਚਾਅ ਕਰਦਾ ਕਿਸੇ ਦਾ ਵੀ, ਉਹ ਤਾਂ ਐਵੇਂ ਹੀ ਨਿਸਫਲ ਹੀ ਹੈ। ਸੂਰਮੇ ਦੀ ਸਿੱਖੀ ਹੋਇਆ ਸਿੱਖਿਆ ਕੰਮ ਦੀ ਹੈ, ਤਾਂ ਜੋ ਆਪਣਾ ਬਚਾਅ ਕਰਦਾ, ਦੂਸਰੇ ਦਾ ਵੱਧ ਕਰਦਾ ਹੈ। ਇਸੇ ਤਰ੍ਹਾਂ ਹੀ ਸੰਤ ਵੀ ਜਿਹੜੇ ਆ ਐਸੇ ਹੀ ਹੈ, ਉਹ ਦੂਸਰੇ ਦਾ ਵੀ ਭਲਾ ਕਰਦੇ, ਆਪਣਾ ਵੀ ਭਲਾ ਕਰਦੇ ਹੈ। ਜਿਹੜਾ ਅਗਿਆਨ ਹੈ ਇਹਦੇ ਅੰਗ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਪਰਮੇਸ਼ਰ ਦੇ ਵਾਹਿਗੁਰੂ ਦੇ ਦਿੱਤੇ ਹੋਏ ਸਤਿਗੁਰਾਂ ਪਾਸੋਂ ਨਾਮ ਦੀ ਖੜਗ ਲੈ ਕੇ ਇਹ ਅੰਗ ਕੱਟਦੇ ਆ ਸਨਮੁਣੇ ਹੋ ਕੇ। ਸੰਤ ਜਿਹੜੇ ਆ ਸੂਰਮੇ ਹੈ, ਉਹਨਾਂ ਸੂਰਮੇ ਸੰਤ, ਉਹਨਾਂ ਨੇ ਐਸੀ ਪੜ੍ਹਾਈ ਕੀਤੀ ਹੈ ਸੂਰਮਿਆਂ ਵਾਲੀ। ਇਹ ਸਾਰਾ ਉਪਦੇਸ਼ ਸਤਿਗੁਰੂ ਜੀ ਨੇ ਜਿਹੜਾ ਦਿੱਤਾ ਸੀ ਕਾਂਸੀ ਵਿਖੇ। ਇਸੇ ਤਰ੍ਹਾਂ ਹੀ ਕਾਂਸੀ ਵਿੱਚ ਜੋ ਇੱਥੇ ਪ੍ਰਸੰਗ ਨਹੀਂ ਆਇਆ ਹੈ, ਜੋ ਵਿਸ਼ਮ ਦੱਤ ਸੀ, ਇਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਸੀ, ਪੜ੍ਹੇ ਲਿਖੇ ਵੀ ਬਹੁਤ ਸਨ, ਅਤੇ ਇਹਨਾਂ ਵੀ ਗੁਰੂ ਸਾਹਿਬ ਜੀ ਨੇ ਇਹੀ ਕਿਹਾ ਸੀ ਵੀ ਮਹਾਰਾਜ
ਸਾਨੂੰ ਸ਼ਾਂਤੀ ਕੋਈ ਨਹੀਂ ਆ ਰਹੀ, ਪੜ੍ਹੇ ਬਹੁਤ ਹਾਂ, ਮਨ 'ਚ ਹੰਕਾਰ ਨਹੀਂ ਜਾਂਦਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉੱਥੇ ਵੀ ਜਿਹੜਾ ਸ਼ਬਦ ਚਾਰ ਇਹਨਾਂ ਨੂੰ ਬਖਸ਼ਿਸ਼ ਕੀਤੇ, ਉਪਦੇਸ਼ ਕੀਤਾ। ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਧੋਤੀ ਬਸਤਰ ਕਪਾਟੰ, ਜੋ ਜਾਨਸ ਬ੍ਰਹਮੰ ਕਰਮੰ ਸਾ ਫੋਕਟ ਨਿਸ਼ਚੈ ਕਰਮਨ, ਕਉ ਨਾਨਕ ਨਿਸ਼ਚਉ ਧਿਆਵੈ, ਬਿਨ ਸਤਿਗੁਰ ਵਾਟ ਨਾ ਪਾਰੈ। ਨਿਹਫਲੰ ਤਸ ਜਨਮਾਸਯ, ਜਾਵਦ ਬ੍ਰਹਮਣਾ ਬਿੰਦਤੇ, ਸਾਗਰੰ ਸੰਸਾਰਸਯ, ਗੁਰ ਪ੍ਰਸਾਦੀ ਤਰਹਿ ਕੈ ਕਰਨ ਕਾਨ ਸਮਰੱਥ ਹੈ, ਕਉ ਨਾਨਕ ਵਿਚਾਰ, ਕਾਰਨ ਕਰਤੇ ਵਾਸੈ, ਜਿਨ ਕਾ ਲਖੀ ਧਾਰ। ਇਸ ਤਰ੍ਹਾਂ ਚਾਰ ਸ਼ਬਦ ਗੁਰੂ ਸਾਹਿਬ ਜੀ ਨੇ ਇੱਥੇ ਬਿਸ਼ਨ ਦੱਤ ਜੀ ਨੂੰ ਬਖਸ਼ਿਸ਼ ਕੀਤੇ ਅਤੇ ਕਿਹਾ ਵੀ ਜੋ ਅਸਾਂ ਨੇ ਦੱਸਿਆ ਹੈ ਇਹ ਸ਼ਬਦਾਂ ਦੀ ਕਮਾਈ ਕਰੋ, ਜੋ ਪਖੰਡ ਦੱਸੇ ਉਹਨੂੰ ਛੱਡ ਕਰਕੇ ਸੱਚੇ ਸੁੱਚੇ ਨਾਮ ਦੀ ਕਮਾਈ ਕਰੋ ਅਤੇ ਤੁਹਾਡਾ ਜਿਹੜੀ ਕਲਿਆਣ ਹੋਏਗੀ। ਇਹ ਵੀ ਕਾਂਸ਼ੀ ਵਿੱਚ ਹੀ ਪ੍ਰਸੰਗ ਹੋਇਆ ਸੀ, ਜੋ ਇੱਥੇ ਨਹੀਂ ਆਇਆ ਹੈ ਇਸ ਦੇ ਨਾਲ ਹੀ ਉਹ ਵੀ ਸਮਝ ਲੈਣਾ ਹੈ। ਅੱਗੇ ਸਤਿਗੁਰ ਜੀ ਜਿਵੇਂ ਇੱਥੇ ਕਾਂਸੀ ਤੋਂ, ਜੋ ਅੱਜ ਕੱਲ੍ਹ ਉੱਤਰ ਪ੍ਰਦੇਸ਼ ਜਿਹਨੂੰ ਯੂਪੀ ਕਿਹਾ ਜਾਂਦਾ ਹੈ, ਇੱਥੇ ਬਨਾਰਸ ਦੇ ਕੋਲ ਹੈ, ਇੱਥੋਂ ਛੱਡ ਕਰਕੇ ਸਿੱਖਿਆ ਦੇ ਕਰਕੇ ਮਹਾਰਾਜ ਕਾਂਸ਼ੀ ਤੋਂ, ਅਤੇ ਜਦੋਂ ਜਿਵੇਂ ਜਗਨਨਾਥਪੁਰੀ ਗਏ ਉੜੀਸਾ ਵਿੱਚ, ਆਂਧਰਾ ਪ੍ਰਦੇਸ਼ ਦੇ ਕੋਲ ਹੀ ਹੈ ਉੜੀਸਾ, ਉੱਥੇ ਜਿਵੇਂ ਉੱਥੋਂ ਦੇ ਪੰਡਿਆਂ ਨੂੰ ਸਤਿਗੁਰੂ ਜੀ ਨੇ ਸਹੀ ਰੂਪ ਵਿੱਚ ਜਿਹੜੀ ਪਰਮੇਸ਼ਰ ਦੀ ਆਰਤੀ ਹੋ ਰਹੀ ਉਹਦੇ ਬਾਰੇ ਦੱਸਿਆ। ਉਹ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਛੰਦ ਨਮੋ ਚੰਡਕਾ ਕਾਲਕਾ ਬਾਕ ਬਾਣੀ। ਪਹਿਲਾਂ ਕਵੀ ਸਾਹਿਬ ਜੀ ਜੋ ਕਵਿਤਾ ਦੀ ਦਾਤੀ ਸ਼ਕਤੀ ਹੈ ਸਾਰਦਾ, ਉਹਦਾ ਮੰਗਲ ਕਰ ਰਹੇ ਹੈ। ਕਿਤੇ ਕਿਤੇ ਕਵਿਤਾ ਦੀ ਦਾਤੀ ਨੂੰ ਕਵੀ ਜੀ ਨੇ ਤੇਜ ਰੂਪ ਕਥਨ ਕੀਤਾ, ਤੇਜਸਵੀ ਰੂਪ ਵਿੱਚ। ਕਿਤੇ ਕਿਤੇ ਉਹਨੂੰ ਜਿਹੜਾ ਦੈਂਤ ਨਾਸ ਕਰਨ ਵਾਲੀ ਜਿਹੜੀ ਕਾਲੀ ਹੈ ਉਹ ਕਥਨ ਕੀਤਾ ਹੈ, ਅਤੇ ਕਈ ਥਾਵਾਂ 'ਤੇ ਜਿਹੜਾ ਸ਼ਾਂਤ ਰਸ ਕਥਨ ਕੀਤਾ ਹੈ ਸਾਰਦਾ ਦਾ। ਕਿਉਂਕਿ ਜਿਹੜੇ ਆ ਕਮੀਆਂ ਦੇ ਕੋਈ ਵਿਗਣ ਵੁਗਣ ਨਾਸ ਕਰ ਦਿੰਦੀ ਹੈ, ਅਤੇ ਇਹ ਵੀ ਕੋਈ ਵਿਅਕਤੀ ਸ਼ਕਤੀ ਹੈ, ਉਹ ਕਵਿਤਾ ਦੀ ਦਾਤੀ ਹੀ ਤਾਂ ਹੈ। ਫਿਰ ਜਿੱਥੇ ਕੋਈ ਉਪਦੇਸ਼ ਦੀ ਕਥਾ ਆਉਂਦੀ, ਉੱਥੇ ਕਵੀ ਜੀ ਨੇ ਸ਼ਾਂਤ ਰੂਪ ਵਿੱਚ ਉਹਦਾ ਕਥਨ ਕੀਤਾ, ਮੰਗਲ ਕੀਤਾ ਕਵਿਤਾ ਦੀ ਦਾਤੀ ਦਾ। ਜਿੱਥੇ ਕੋਈ ਮੂਰਖਾਂ ਦੇ ਸੁਭਾਅ ਨੂੰ ਖੰਡਣ ਦਾ ਕਿਤੇ ਕਥਨ ਕੀਤਾ, ਅਤੇ ਉੱਥੇ ਕਵਿਤਾ ਦਾ ਵੀਰ ਰਸ ਦਾ ਕਥਨ ਕਰ ਦਿੱਤਾ ਹੈ ਮੰਗਲ ਦੇ ਰੂਪ ਵਿੱਚ ਕਵਿਤਾ ਦੀ ਦਾਤੀ ਦਾ। ਇਵੇਂ ਉਹ ਤੇਜਸਵੀ ਰੂਪ ਵਿੱਚ, ਸ਼ਾਂਤ ਰੂਪ ਵਿੱਚ ਅਤੇ ਵੀਰ ਰਸ ਰੂਪ ਵਿੱਚ ਕਵੀ ਜੀ ਨੇ ਕਿਤੇ ਕਿਤੇ ਜਸ ਕੀਤਾ ਹੈ ਸਾਰਦਾ ਦਾ। ਐਵੇਂ ਉਹ ਮੰਗਲ ਕਰਦੇ ਆ, ਜਿਹੋ ਜਿਹਾ ਵੀ ਉਹ ਆਪਣਾ ਦੇਖਦੇ ਆ ਪ੍ਰਸੰਗ ਦੇ ਹਿਸਾਬ ਨਾਲ। ਫਿਰ ਕਵੀ ਜੀ ਨੇ ਕਥਾ ਜਿਹੜੀ ਉਹ ਸਾਰੇ ਰਸਾਂ ਵਿੱਚ ਲਿਖੀ ਹੋਈ, ਵੀਰ ਰਸ ਦੀ, ਰੌਦਰ ਰਸ ਦੀ ਕਥਨ ਕਰਨੀ ਹੈ, ਜਿਸ ਕਰਕੇ ਉਸ ਸਾਰਦਾ ਨੂੰ ਹੀ ਕਵੀ ਜੀ ਨੇ ਤੇਜਮੈ ਰੂਪ, ਸ਼ਾਂਤ ਰਸ ਰੂਪ ਅਤੇ ਜਸ ਰੂਪ ਕਥਨ ਕੀਤਾ ਹੈ। ਇੱਥੇ ਹੁਣ ਉਹ ਦੋਵੇਂ ਮੰਗਲਾਂ ਨੂੰ ਜਿਹੜਾ ਹੈ ਸਾਰਦਾ ਦਾ ਮੰਗਲ ਕਰਦੇ ਹੋਏ ਕਹਿ ਰਹੇ ਵੀ ਜੋ
ਚੰਡੀ ਹੈ, ਚੰਡੀ ਵਾਂਗ ਬੜੀ ਤਿੱਖੀ ਤੇਜ਼ ਹੈ ਤੇ ਕਾਲਕਾ ਵੈਰੀਆਂ ਨੂੰ ਨਾਸ ਕਰਨ ਵਾਲੀ ਜੋ ਕਾਲੀ ਰੂਪ ਹੈ, ਸਾਰਦਾ ਦੈਂਤਾਂ ਨੂੰ ਨਾਸ ਕਰਨ ਵਾਲੀ ਜਿਹੜੀ ਕਾਲੀ ਹੈ, ਇਸ ਤਰ੍ਹਾਂ ਵੈਰੀਆਂ ਨੂੰ ਨਾਸ ਕਰਨ ਵਾਲੀ ਕਾਲੀ ਰੂਪ ਹੈ ਤੇ ਚੰਡੀ ਵਾਂਗ ਬੜੀ ਤਿੱਖੀ ਤੇਜ਼ ਹੈ। ਵਾਕ ਬਾਣੀ ਕਹੀਏ ਸਾਰਦਾ ਕਵਿਤਾ ਦੀ ਦਾਤੀ, ਕਵਿਤਾ ਦੀ ਸ਼ਕਤੀ, ਜੋ ਕਮੀਆਂ ਨੂੰ ਅਸਵੱਛ ਜਿਹੜੀ ਹੈ ਉਜਲ ਬੁੱਧੀ ਬਖਸ਼ਣ ਵਾਲੀ ਹੈ, ਜੋ ਕਮੀਆਂ ਦੀ ਬਾਕ ਬਾਣੀ ਜਿਹੜੀ ਰਸਨਾ ਉੱਪਰ ਜਿਹੜੇ ਵਾਕ ਹੈ ਉਹ ਵਾਕ ਨੂੰ ਐ ਸੁੱਤੇ ਸੇਧੀ ਬੜੇ ਉਜਲ ਕਰ ਦੇਣ ਵਾਲੀ ਉਸ ਬਾਣੀ ਨੂੰ। ਇਸ ਤਰ੍ਹਾਂ ਜੋ ਕਵਿਤਾ ਦਾਤੀ ਹੈ ਵੈਰੀਆਂ ਨੂੰ ਨਾਸ ਕਰਨ ਵਾਲੀ ਕਾਲੀ ਰੂਪ ਹੈ, ਚੰਡੀ ਵਾਂਗ ਤੇਜ਼ ਹੈ, ਤਿੱਖੀ ਹੈ, ਐਸੀ ਕਵਿਤਾ ਦਾਤੀ ਨੂੰ ਮੈਂ ਕਵੀ ਨਮਸਕਾਰ ਕਰਦਾ ਹਾਂ। ਵਿਘਨਾ ਹਰੰਤੀ ਸਦਾ ਬੁੱਧ ਦਾਨੀ, ਵਿਘਨਾਂ ਨੂੰ ਨਾਸ ਕਰਨ ਵਾਲੀ ਹੈ, ਹਮੇਸ਼ਾ ਸਵੱਛ ਬੁੱਧੀ ਦਾ ਦਾਨ ਦੇਣ ਵਾਲੀ, ਬਖਸ਼ਣ ਵਾਲੀ ਹੈ। ਕਰੋ ਦਾਤ ਮਾਤਾ ਮੁਝੈ ਦਾਸ ਜਾਨੋ, ਐਸੀ ਸਾਰਦਾ ਮਾਤਾ ਜਾਂ ਕਵਿਤਾ ਦੀ ਦਾਤੀ, ਸਵੱਛ ਬੁੱਧੀ ਬਖਸ਼ਣ ਵਾਲੀ ਹੈ ਸਾਰਦਾ ਮਾਤਾ, ਤੂੰ ਮੈਨੂੰ ਆਪਣਾ ਦਾਸ ਜਾਣ ਕੇ ਐਸੀ ਦਾਤ ਬਖਸ਼ਣਾ ਕਰ। ਸੋ ਛੰਦੰ ਗੁਰੂ ਕੀ ਕਥਾ ਹੋਂ ਬਖਾਨੀ, ਜਿਸ ਕਰਕੇ ਮੈਂ ਸੋਹਣੇ ਛੰਦਾਬੰਦੀ ਵਿੱਚ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ ਹੈ ਉਹਨੂੰ ਕਥਨ ਕਰਾਂ, ਸੁਛੰਦਿਤ ਕਹੀਏ ਸੁਤੰਤਰ ਹੋ ਕੇ। ਇਸੇ ਤਰ੍ਹਾਂ ਹੀ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ। ਨਮੋ ਚੰਡਕਾ ਕਾਲਕਾ ਬਾਗਬਾਨੀ, ਬਾਗਬਾਨੀ ਕਹੀਏ ਜੋ ਤੁਰਕੀ ਬਾਣੀ ਹੈ, ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ। ਚੰਡਕਾ ਜਿਹੜਾ ਬੜਾ ਤਿੱਖਾ ਤੇਜ਼ ਹੈ ਅਗਿਆਨ, ਉਸ ਤਿੱਖੇ ਤੇਜ਼ ਅਗਿਆਨ ਨੂੰ ਕੱਟ ਕੇ ਨਾਸ ਕਰਕੇ ਗੁਰਬਾਣੀ, ਚੰਡਕਾ ਜਿਹੜਾ ਤਿੱਖਾ ਤੇਜ਼ ਅਪਰੋਕਸ਼ ਗਿਆਨ ਹੈ, ਸਭ ਤੋਂ ਉੱਪਰਲਾ ਵਿਗਿਆਨ ਜਿਹਨੂੰ ਕਿਹਾ ਜਾਂਦਾ ਹੈ, ਜਾਂ ਅਪਰੋਕਸ਼ ਗਿਆਨ, ਐਸਾ ਅਪਰੋਕਸ਼ ਗਿਆਨ ਬਖਸ਼ਣ ਵਾਲੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵੈਰੀ ਜਾਂ ਦੈਂਤਾਂ ਨੂੰ ਨਾਸ ਕਰਨ ਵਾਲੀ ਕਾਲੀ ਰੂਪ ਹੈ। ਜਿਹੜੇ ਕੋਈ ਰਸਨਾ ਤੇ ਵਾਕ ਹੈ, ਇਹਨਾਂ ਵਾਕਾਂ ਨੂੰ ਬੜੇ ਮਿੱਠੇ ਪਿਆਰੇ ਕਰ ਦੇਣ ਵਾਲੀ ਹੈ, ਉਜਲ ਕਰ ਦੇਣ ਵਾਲੀ ਹੈ। ਜਿਹੜਾ ਕੋਈ ਨਾਨਕ ਫਿੱਕੇ ਬੋਲੀਏ, ਤਨ ਮਨ ਫਿੱਕਾ ਹੋਏ ਵੀ ਫਿੱਕਾ ਫੁੱਲ ਬੋਲ ਵੀ ਗੁੱਚਣਾ, ਫਿੱਕਾ ਜਿਹੜਾ ਬੋਲਣਾ ਹੈ ਇਹਨੂੰ ਨਾਸ ਕਰਕੇ ਮਿੱਠੇ ਬੋਲਾਂ ਨੂੰ ਬੁਲਾਉਣ ਵਾਲੀ ਹੈ ਗੁਰਬਾਣੀ। ਐਸੀ ਬਾਣੀ ਜੋ ਹੈ ਅਗਿਆਨ ਤਿੱਖੇ ਨੂੰ ਕੱਟ ਕੇ ਤਿੱਖਾ ਪਰੋਕਸ਼ ਗਿਆਨ ਬਖਸ਼ਣ ਵਾਲੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੈਰੀਆਂ ਦੈਂਤਾਂ ਨੂੰ ਨਾਸ ਕਰਨ ਵਾਲੀ ਕਾਲੀ ਰੂਪ ਹੈ। ਐਸੀ ਗੁਰਬਾਣੀ ਨੂੰ ਨਮਸਕਾਰ ਮੈਂ ਕਵੀ ਕਰਦਾ ਹਾਂ। ਵਿਘਨਾ ਹਰੰਤੀ ਸਦਾ ਬੁੱਧ ਦਾਨੀ, ਵਿਘਨਾ ਹਰੰਤੀ, ਵਿਘਨਾ ਕਸ ਕੇ ਨਹੀਂ ਨਾ ਕਹਿਣਾ, ਵਿਘਨਾ ਹਰੰਤੀ, ਵਿਘਨਾਂ ਨੂੰ ਨਾਸ ਕਰਨ ਵਾਲੀ, ਜੰਮਣ ਮਨ ਰੂਪ ਵਿਘਨਾਂ ਨੂੰ, ਸੰਸਾਰ ਵਿੱਚ ਰਹਿੰਦਿਆਂ ਜਿਹੜੇ ਵਿਘਨ ਪੈਂਦੇ ਆ ਉਹਨਾਂ ਨੂੰ ਨਾਸ ਕਰਨ ਵਾਲੀ ਹੈ, ਪਰ ਲੋਕ ਦੇ ਵਿਘਨਾਂ ਨੂੰ ਨਾਸ ਕਰਨ ਵਾਲੀ ਹੈ। ਹਮੇਸ਼ਾ ਜਿਹੜੀ ਆਤਮ ਵਿਸ਼ੈਣੀ ਬੁੱਧੀ ਹੈ, ਜੋ ਆਤਮ ਨੂੰ ਵਿਸ਼ੇ ਕਰੇ, ਬੁੱਧੀ ਉਜਲ, ਐਸਾ ਦਾਨ ਦੇਣ ਵਾਲੀ ਹੈ। ਆਤਮ ਵਿਸ਼ੈਣੀ ਬੁੱਧੀ ਬਖਸ਼ਣ ਵਾਲੀ ਹੈ ਗੁਰਬਾਣੀ। ਕਰੋ ਦਾਤ ਮਾਤਾ ਮੁਝੈ ਦਾਸ ਜਾਨੋ, ਗੁਰਬਾਣੀ ਰੂਪ ਮਾਤਾ ਜੀ ਤੂੰ ਹੈ ਮੇਰੇ, ਹੈ ਨਾ ਕਿ ਸਭਨਾ ਕਾ ਮਾਂ ਪਿਓ ਆਪ ਹੈ, ਵੀ ਗੁਰੂ ਸਭਨਾ ਦਾ ਹੀ ਮਾਂ ਪਿਓ ਹੈ। ਇਸੇ ਤਰ੍ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਗੁਰਬਾਣੀ ਗੁਰੂ ਹੈ ਸਾਡਾ, ਸਾਡਾ ਮਾਂ ਪਿਓ ਹੈ। ਜਿਸ ਕਰਕੇ ਮਾਤਾ ਜੀ, ਹੇ ਗੁਰਬਾਣੀ ਰੂਪ ਮਾਤਾ, ਮੈਨੂੰ ਆਪਣਾ ਦਾਸ ਸੇਵਕ ਜਾਣ ਕੇ ਐਸੀ ਜਿਹੜੀ ਦਾਤ ਬਖਸ਼ਣਾ ਕਰੋ। ਉਹ ਕਿਹੜੀ ਦਾਤ ਬਖਸ਼ਣਾ ਕਰੋ? ਮਾਤਾ ਪਾਠ ਇੱਥੇ ਕੱਸ ਕੇ ਕਰ ਲੈਣਾ ਵੀ ਮਾਤਾ, ਵੀ ਹੇ ਗੁਰਬਾਣੀ ਰੂਪ ਮਾਤਾ ਜੀ ਮੈਨੂੰ ਐਸੀ ਦਾਤ ਬਖਸ਼ਣਾ ਕਰੋ, ਦਾਸ ਜਾਣ ਕੇ ਮੈਂ ਪਰਮੇਸ਼ਰ ਦੇ ਨਾਮ ਵਿੱਚ ਮਾਤਾ ਕਹੀਏ ਮਸਤ ਰਹਾਂ।
ਪਰਮੇਸ਼ਰ ਦੇ ਜਸ ਕਰਨ ਵਿੱਚ ਹੀ ਮਾਤਾ ਕਹੀਏ ਮਸਤ ਰਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਜਸ ਨੂੰ ਉਚਾਰਨ ਕਰਨ ਵਿੱਚ ਹੀ ਮਸਤ ਰਹਾਂ। ਸੋ ਛੰਦੰ ਗੁਰੂ ਕੀ ਕਥਾ ਹਾਂ ਬਖਾਨਾ। ਗੁਰੂ ਨਾਨਕ ਸਾਹਿਬ ਜੀ ਦੀ ਜਸ ਰੂਪ ਜਿਹੜੀ ਕਥਾ ਹੈ ਸੋਹਣੇ ਛੰਦਾਂ ਵਿੱਚ ਕਰਕੇ ਸੁਤੰਤਰ ਹੋ ਕੇ ਕਥਨ ਕਰਾਂ। ਸ੍ਰੀ ਬਾਲਾ ਸੰਦਰ ਵਾਚ ਚੌਪਈ ਸੋਨਾ ਸ੍ਰੀ ਅੰਗਦ ਕਥਾ ਰਸਾਲਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ ਸਤਿਗੁਰਾਂ ਦੀ ਜਿਹੜੀ ਕਥਾ ਰਸਾਲਾ ਕਹੀਏ ਬਹੁਤ ਸੁੰਦਰ ਹੈ। ਉਹ ਕਥਾ ਸੁਣਨੀ ਕਰੋ ਜਾਂ ਰਸਾਂ ਦਾ ਘਰ ਜੋ ਕਥਾ ਹੈ ਉਸ ਨੂੰ ਸੁਣਨਾ ਕਰੋ ਜੀ। ਆਗੈ ਗਮਨੇ ਬਹਰ ਕਿਰਪਾਲਾ। ਕਾਂਸੀ ਵਿੱਚ ਉਪਦੇਸ਼ ਕਰਕੇ ਉੱਥੋਂ ਦੇ ਵਿਦਵਾਨਾਂ ਨੂੰ ਸਭ ਲੋਕਾਂ ਨੂੰ ਮੁਕਤੀ ਦਾਤੇ ਸਤਿਗੁਰੂ ਜੀ ਦਿਆਲੂ ਕਿਰਪਾਲੂ ਫਿਰ ਕਾਂਸੀ ਤੋਂ ਅੱਗੇ ਚੱਲੇ ਐ। ਜਗਨਨਾਥ ਕੋ ਜਹ ਅਸਥਾਨਾ। ਜਿੱਥੇ ਜਗਨਨਾਥ ਮੰਦਰ ਦਾ ਸਥਾਨ ਹੈ, ਜਗਨਨਾਥਪੁਰੀ ਦਾ ਸਥਾਨ ਹੈ ਉੜੀਸਾ ਵਿੱਚ। ਕਹਾਂ ਜਾਏ ਪਹੁੰਚੇ ਗਤ ਦਾਨਾ। ਮੁਕਤੀ ਦਾ ਦਾਨ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਉਹ ਉੜੀਸਾ ਸਟੇਟ ਦੇ ਇਲਾਕੇ ਜਗਨਨਾਥਪੁਰੀ ਵਿੱਚ ਜਾ ਪਹੁੰਚੇ ਹੈ। ਹਰ ਮੰਦਰ ਕੇ ਦਰ ਪਰ ਜਾਈ। ਹਰ ਮੰਦਰ ਜੋ ਕ੍ਰਿਸ਼ਨ ਭਗਵਾਨ ਜੀ ਦਾ ਮੰਦਰ ਹੈ ਜਗਨਨਾਥਪੁਰੀ ਹੈ। ਜਗਨਨਾਥ ਦਾ ਜੋ ਮੰਦਰ ਹੈ ਉਹਦੇ ਬਾਹਰਲੇ ਦਰਵਾਜ਼ੇ ਉੱਪਰ ਜਾ ਕੇ ਬੈਠੇ ਕਿਦਕ ਕਾਲ ਤਿਹ ਥਾਈ। ਉਸ ਥਾਂ ਮੰਦਰ ਦੇ ਬਾਹਰਲੇ ਦਰਵਾਜ਼ੇ ਤੇ ਹੀ ਕੁਝ ਸਮਾਂ ਸਤਿਗੁਰੂ ਜੀ ਬੈਠੇ ਰਹੇ ਮੌਜ ਨਾਲ। ਸੰਧਿਆ ਕਾਲ ਪਹੁੰਚਿਓ ਜਬ ਹੀ। ਜਦੋਂ ਹੀ ਆ ਸੰਧਿਆ ਦਾ ਸਮਾਂ ਆ ਪਹੁੰਚਿਆ, ਅੰਦਰ ਬਾਹਰ ਦਿਨ ਜੇ ਹੋਇਆ ਰਹਿ ਰਾਸ ਦਾ ਸਮੇਂ ਨੂੰ ਸੰਧਿਆ ਦਾ ਸਮਾਂ ਕਿਹਾ ਜਾਂਦਾ ਹੈ। ਸੰਧਿਆ ਦਾ ਸਮਾਂ ਜਦੋਂ ਆ ਪਹੁੰਚਿਆ ਸਭ ਪੰਡੇ ਮਿਲ ਆਏ ਤਬ ਹੀ। ਉੱਥੋਂ ਦੇ ਜਿੰਨੇ ਸ਼ਹਿਰ ਦੇ ਪੰਡੇ ਸਨ, ਪੰਡਿਤ ਪੁਜਾਰੀ ਮੰਦਰ ਦੇ, ਉਹ ਇਕੱਠਿਆਂ ਹੋ ਕੇ ਮਿਲ ਜੁਲ ਕੇ ਸਾਰੇ ਮੰਦਰ ਵਿੱਚ ਆ ਗਏ ਐ। ਕਰਨੇ ਲੱਗੇ ਆਰਤੀ ਤਹਿਵਾਰ। ਉੱਥੇ ਆ ਕੇ ਮੈਂ ਥਾਲ ਜਿਹਾ ਹੱਥ ਵਿੱਚ ਚਾਂਦੀ ਦਾ ਲੈ ਕੇ ਦੋ ਚਾਰ ਵਿੱਚ ਦੀਵੇ ਤੇ ਮੋਤੀ ਰੱਖ ਕੇ ਮੂਰਤੀ ਅੱਗੇ ਖੜਿਆਂ ਹੋ ਕੇ ਆਰਤੀ ਕਰਨ ਲੱਗੇ ਐ। ਜਗਨਨਾਥ ਕੋ ਮੰਦਰ ਜਹਵਾ। ਜਿੱਥੇ ਕ੍ਰਿਸ਼ਨ ਜੀ ਦਾ ਇਹ ਜਗਨਨਾਥ ਮੰਦਰ ਹੈ ਸੀ ਉੱਥੇ ਆ ਕੇ ਪੰਡੇ ਮਿਲ ਕੇ ਆਰਤੀ ਕਰਨ ਲੱਗ ਪਏ, ਹੇਠ ਉੱਪਰ ਹੋਣ ਲੱਗ ਪਏ ਆਰਤੀ ਜੀ ਥਾਲੀ ਫੜ ਕੇ। ਸ੍ਰੀ ਗੁਰ ਬੈਠੇ ਰਹੇ ਅਡੋਲਾ। ਇੱਧਰ ਗੁਰੂ ਨਾਨਕ ਸਾਹਿਬ ਜੀ ਮੰਦਰਲੇ ਬਾਹਰਲੇ ਦਰਵਾਜ਼ੇ ਤੇ ਅਡੋਲੀ ਬੈਠੇ ਰਹੇ, ਉੱਠੇ ਹੀ ਨਹੀਂ ਹਨ। ਠਾਂਡੇ ਭਏ ਨਾ ਕੁਛ ਮੁਖ ਬੋਲਾ। ਨਾ ਤੇ ਕੁਝ ਮੁਖ ਤੋਂ ਬੋਲੇ ਆ, ਜਿਵੇਂ ਪੰਡਿਤ ਤੋਂ ਸ਼ਬਦ ਚ ਪੜ੍ਹ ਰਹੇ ਸੀ ਆਰਤੀ ਵਿੱਚ, ਨਾ ਕੁਝ ਮੁਖੋਂ ਬੋਲੇ ਆ, ਨਾ ਖੜੇ ਹੀ ਹੋਏ ਆ। ਸਤਿਗੁਰੂ ਜੀ ਮੌਜ ਨਾਲ ਬੈਠੇ ਰਹੇ ਹਨ। ਤਿਹ ਸ਼ਨ ਪੰਡੇ ਰਿਸ ਉਰ ਧਾਰੀ। ਉਸ ਸਮੇਂ ਗੁਰੂ ਸਾਹਿਬ ਜੀ ਨੂੰ ਬੈਠਿਆ ਹੋਇਆ ਦੇਖ ਕੇ ਇਹ ਪੁਜਾਰੀਆਂ ਨੇ ਬੜਾ ਗੁੱਸਾ ਧਾਰਿਆ ਹਿਰਦੇ ਵਿੱਚ। ਆਨ ਸਮੀਪੰ ਗਿਰਾ ਉਚਾਰੀ। ਜਿੱਥੇ ਗੁਰੂ ਸਾਹਿਬ ਜੀ ਦਰਵਾਜ਼ੇ ਦੇ ਬੈਠੇ ਹੋਏ ਸਨ ਬਾਹਰ ਜੇ, ਉੱਥੇ ਕੋਲ ਆ ਕੇ ਗੁਰੂ ਪਾਸ ਤੇ ਇਹਨਾਂ ਨੇ ਗੁੱਸੇ ਵਿੱਚ ਇਸ ਤਰ੍ਹਾਂ ਕਿਹਾ, ਤੋ ਹੈ ਤੂੰ ਕਿਹ ਥਲ ਤੇ ਆਇਓ। ਕਹਿੰਦੇ ਵੀ ਉਹ ਤੂੰ ਕੌਣ ਹੈ, ਆ ਕਿਸ ਥਾਂ ਤੋਂ ਚੱਲ ਗਿਆ ਆ ਇਹੋ ਜਿਹਾ। ਹੈ ਅਨਜਾਨ ਭੇਦ ਨਹਿ ਪਾਇਓ। ਤੂੰ ਤੇ ਬਿਲਕੁਲ ਹੀ ਅਣਜਾਣ ਹੈ, ਬੇਸਮਝ ਹੈ, ਭਗਵਾਨ ਦਾ ਭੇਜ ਹੀ ਨਹੀਂ ਪਾਇਆ ਤੈਨੇ। ਸਭਨ ਆਰਤੀ ਖਰੇ ਉਤਾਰੀ। ਆ ਵੇਖੋ ਅਸੀਂ ਘਰਾਂ ਚੋਂ ਉੱਠ ਕੇ ਤੇ ਸਾਰੇ ਪੰਡਿਤ ਮਿਲ ਜੁਲ ਕੇ ਭਗਵਾਨ ਦੀ ਮੂਰਤੀ ਵਿੱਚ ਖੜਿਆਂ ਹੋ ਕੇ ਥਾਲੀਆਂ ਹੱਥ ਵਿੱਚ ਲੈ ਕਰਕੇ ਖੜੇ ਹੋ ਕੇ ਆਰਤੀ ਉਤਾਰੀ, ਆਰਤੀ ਕੀਤੀ ਹੈ। ਤੂੰ ਬੈਠਿਓ ਰਹਿਓ ਇਹ ਬਾਰੀ। ਇਸ ਵੇਲੇ ਵੀ ਤੂੰ ਇੰਨਾ ਬੇਸਮਝ ਹੈ ਵੀ ਬੈਠਾ ਹੀ ਰਿਹਾ ਹੈ, ਉੱਠਿਆ ਹੀ ਨਹੀਂ ਵੀ ਸਾਰੇ ਉੱਠੇ ਮੈਂ ਵੀ ਉੱਠ ਪਵਾਂ। ਜਗਨਨਾਥ ਕੋ ਭਾਉ ਨਾ ਕੀਨੋ। ਤੂੰ ਤੇ ਐਸਾ ਬੇਸਮਝ ਹੈ, ਕ੍ਰਿਸ਼ਨ ਭਗਵਾਨ ਜੀ ਦਾ ਜਿਨ੍ਹਾਂ ਦਾ ਇਹ ਮੰਦਰ ਹੈ
ਵੀ ਉਹਨਾਂ ਦੀ ਆਰਤੀ ਹੋ ਰਹੀ ਵਿੱਚ ਸ਼ਾਮਲ ਹੋ ਜਾਵਾਂ, ਕੋਈ ਡਰ ਭੈ ਹੀ ਨਹੀਂ ਕੀਤਾ ਹੈ। ਉਠਿਓ ਨਾ ਤਿਹ ਸ਼ੇਨਾ ਕਿਆ ਤੈ ਚੀਨੋ। ਭਾਵ ਕਹੇ ਤੂੰ ਪ੍ਰੇਮ ਹੀ ਨਹੀਂ ਕੋਈ ਕੀਤਾ ਕ੍ਰਿਸ਼ਨ ਜੀ ਦਾ, ਫਿਰ ਤੂੰ ਕਿ ਕੀ ਜਾਣਿਆ, ਤੂੰ ਕੀ ਸਮਝਿਆ, ਜਿਸ ਕਰਕੇ ਉਸ ਸਮੇਂ ਉੱਠਿਆ ਨੀਗਾ। ਸੁਨ ਕਰ ਜਗ ਗੁਰ ਬਚਨ ਬਖਾਨੇ। ਸੁਣ ਕਰਕੇ ਜੋ ਸੰਸਾਰ ਦੇ ਗੁਰੂ ਹੈ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਸਦਾ ਆਰਤੀ ਹਮ ਪਹਿਚਾਨੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਹੇ ਪੰਡਤੋ, ਹੇ ਪੁਜਾਰੀਓ, ਜਿਹੜੀ ਆਰਤੀ ਨਾ ਉਸ ਪਰਮੇਸ਼ਰ ਭਗਵਾਨ ਪਰਮਾਤਮਾ ਦੀ, ਉਹ ਤੇ ਹਮੇਸ਼ਾ ਹੀ ਹੋ ਰਹੀ ਹੈ। ਤੁਸੀਂ ਤੇ ਸ਼ਾਮ ਨੂੰ ਆ ਕੇ ਕਰਨ ਲੱਗੇ ਹੋ, ਉਹ ਤੇ ਸਦਾ ਹੀ ਆਰਤੀ, ਹਮੇਸ਼ਾ ਹੀ ਉਹਦੀ ਆਰਤੀ ਹੋ ਰਹੀ ਹੈ। ਉਹ ਜਿਹੜੀ ਆਰਤੀ ਹਮੇਸ਼ਾ ਹੋ ਰਹੀ, ਉਹਦੇ ਵਿੱਚ ਅਸੀਂ ਸ਼ਾਮਲ ਹੁੰਦੇ ਹਾਂ, ਐਂ ਖੜੇ ਵੀ ਰਹਿੰਦੇ ਹਾਂ, ਮੁੱਖੋਂ ਵੀ ਬੋਲਦੇ ਹਾਂ। ਫਿਰ ਉਹ ਜਿਹੜੀ ਆਰਤੀ ਹੋ ਰਹੀ, ਉਹ ਤੁਸੀਂ ਤਾਂ ਥੋੜ੍ਹੀ ਛੋਟੀ ਜਿਹੀ ਥਾਲੀ ਫੜੀ ਹੋਈ ਹੈ ਤੇ ਹੇਠ ਉੱਪਰ ਹੁੰਦੇ ਹੋ। ਉਹ ਜਿਹੜੀ ਆਰਤੀ ਹੋ ਰਹੀ, ਉਹ ਬਹੁਤ ਤਕੜੀ ਆਰਤੀ ਹੋ ਰਹੀ ਹੈ। ਉਹ ਜਿਹੜੀ ਐਸੀ ਆਰਤੀ ਵੱਡੀ ਹੋ ਰਹੀ ਹੈ, ਜਸ ਰੂਪ ਪ੍ਰਤੱਖੀ ਹਰ ਸਮੇਂ, ਤੇ ਉਸ ਆਰਤੀ ਵਿੱਚ ਅਸੀਂ ਖੜੇ ਹੁੰਦੇ, ਸ਼ਾਮਲ ਹੁੰਦੇ ਹਾਂ। ਉਹੀ ਅਸਲ ਆਰਤੀ ਅਸੀਂ ਪਹਿਚਾਨਦੇ ਸਮਝਦੇ ਹਾਂ। ਸਰਬ ਸ਼੍ਰੋਮਣ ਜਸ ਪ੍ਰਭ ਉੱਚੇ। ਜੈਸਾ ਪ੍ਰਭੂ ਉੱਚਾ ਹੈ ਤੇ ਉਹ ਸਾਰਿਆਂ ਵਿੱਚੋਂ ਸ਼੍ਰੋਮਣੀ ਹੈ। ਕਰਹਿ ਆਰਤੀ ਤਸ ਮਨ ਸੋਚੇ। ਉਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਐ ਸੁਚਮਤਾਈ ਨਾਲ ਕਰਕੇ, ਟਿਕਾ ਕਰਕੇ ਉਸ ਵਾਹਿਗੁਰੂ ਦੀ ਆਰਤੀ ਕਰਦੇ ਹੀ ਸ਼ਾਮਲ ਹੁੰਦੇ, ਖੜੇ ਹੁੰਦੇ ਆ। ਅਲਪ ਆਰਤੀ ਕਿਆ ਤੁਮ ਕਰਹੁ। ਤੁਸੀਂ ਵੀ ਆ ਜਿਹੜੀ ਥਾਲੀ ਲੈ ਕੇ, ਦੋ ਚਾਰ ਮੋਤੀ ਰੱਖ ਕੇ, ਦੀਵੇ ਰੱਖ ਕੇ, ਛੋਟੀ ਜੀ ਆਰਤੀ ਉਸ ਪਰਮੇਸ਼ਰ ਦੀ ਕੀ ਕਰਦੇ ਹੋ? ਇਹ ਆਰਤੀ ਤਾਂ ਬਹੁਤ ਛੋਟੀ ਹੈ। ਤੁਛ ਸੋਜ ਜਾਂ ਮਹਿ ਸ਼ੁਭ ਧਰਹੁ। ਜਿਸ ਥਾਲ ਦੇ ਵਿੱਚ ਤੁਸੀਂ ਤੁਛ ਥੋੜੀ ਜੀ ਐਵੇਂ ਹੋਛੀ ਜੀ ਸਮੱਗਰੀ ਰੱਖਦੇ ਹੋ, ਦੋ ਚਾਰ ਮੋਤੀ, ਦੋ ਚਾਰ ਦੀਵੇ ਜੇ ਜਗਾ ਕੇ ਆਰਤੀ ਕਰਨ ਲੱਗ ਪੈਂਦੇ ਹੋ। ਮਨ ਨਿਰਮਲ ਕਰ ਨਹੀਂ ਟਿਕਾਵਹੁ। ਫਿਰ ਜੇ ਤੁਸੀਂ ਆਰਤੀ ਕਰਦੇ ਆਪਣਾ ਮਨ ਨੂੰ ਨਿਰਮਲ ਕਰਕੇ, ਕਿਤੇ ਭੂਰਾ ਮਾਤਰ ਵੀ ਟਿਕਾਉਂਦੇ ਨਹੀਂ ਹੋ, ਮਨ ਤੁਹਾਡੇ ਕਿਤੇ ਗਏ ਹੁੰਦੇ ਹੋ, ਥਾਲੀ ਲੈ ਕੇ ਆਰਤੀ ਇੱਥੇ ਕਰਦੇ ਹੋ। ਤੋ ਅਬ ਮਤ ਕਿਆ ਫਲ ਤੁਮ ਪਾਵਹੁ। ਫਿਰ ਵੀ ਜਦੋਂ ਤੁਸੀਂ, ਤੁਹਾਡਾ ਮਨ ਹੀ ਨਹੀਂ ਟਿਕਿਆ ਹੋ ਰਿਹਾ, ਮਨ ਨਿਰਮਲ ਹੀ ਨਹੀਂ ਹੈ, ਤੇ ਆ ਮਨ ਵਾਂਛਿਤ, ਮਨ ਵਿੱਚ ਚਾਹੀ ਹੋਈ ਜਿਹੜੀ ਕੋਈ ਵਸਤੂ ਹੈ, ਉਹਦਾ ਫਲ ਤੁਸੀਂ ਕਿਵੇਂ ਪਾਓਗੇ, ਕਿਵੇਂ ਲਓਗੇ? ਪੰਡੇ ਕਹਿ ਆਰਤੀ ਕੈਸੇ। ਇਹ ਸੁਣ ਕੇ ਪੁਜਾਰੀ ਪੰਡਿਤ ਕਹਿਣ ਲੱਗੇ ਇਕੱਠਿਆਂ ਹੋ ਕੇ ਵੀ ਠੀਕ ਹੈ, ਸਾਨੂੰ ਤੁਸੀਂ ਬਹੁਤਾ ਗਿਆਨ ਦੱਸੋ, ਉਹ ਕੈਸੀ ਆਰਤੀ ਜਿਹੜੀ ਤੁਸੀਂ ਕਹਿੰਦੇ ਹੋ? ਨਿਤ ਪ੍ਰਤ ਕਰਤ ਰਹੋ ਕਹੋ ਤੈਸੀ। ਉਸੇ ਤਰ੍ਹਾਂ ਸਾਨੂੰ ਤੁਸੀਂ ਦੱਸੋ, ਜਿਵੇਂ ਤੁਸੀਂ ਕਹਿੰਦੇ ਵੀ ਅਸੀਂ ਹਮੇਸ਼ਾ ਰੋਜ਼ ਹੀ ਕਰਦੇ ਰਹਿੰਦੇ ਹਾਂ, ਆਰਤੀ ਖੜਿਆਂ ਹੋ ਕੇ ਤੇ ਹੋ ਰਹੀ ਹੈ। ਇਹਨਾਂ ਤੇ ਸੁਣ ਕੇ ਕਿਰਪਾ ਨਿਧਾਨਾ। ਇਹਨਾਂ ਸਾਰਿਆਂ ਤੋਂ ਸੁਣ ਕੇ ਜੋ ਕਿਰਪਾ ਦੇ ਖਜ਼ਾਨੇ ਸਮੁੰਦਰ ਹੈ ਗੁਰੂ ਨਾਨਕ ਸਾਹਿਬ ਜੀ। ਸ਼ਬਦ ਆਰਤੀ ਰੀਤ ਬਖਾਨਾ। ਜੋ ਆਰਤੀ, ਜੋ ਅਸਲ ਆਰਤੀ ਦੀ ਰੀਤੀ ਹੈ, ਮਰਿਆਦਾ ਹੈ, ਜਿਸ ਤਰ੍ਹਾਂ ਆਰਤੀ ਪਰਮੇਸ਼ਰ ਦੀ ਮਹਾਨ ਹੈ, ਉਹ ਅਸਲ ਆਰਤੀ ਦੀ ਰੀਤੀ ਨੂੰ ਕਥਨ ਕੀਤਾ ਸ਼ਬਦ ਵਿੱਚ ਸਤਿਗੁਰੂ ਜੀ ਨੇ। ਧਨਾਸਰੀ ਮਹੱਲਾ ਪਹਿਲਾ। ਆਰਤੀ ਇੱਕ ਓੰਕਾਰ ਸਤ ਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਧਨਾਸਰੀ ਰਾਗ ਦੇ ਵਿੱਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ, ਤੇ ਜਿਸ ਵਿੱਚ ਪਰਮੇਸ਼ਰ ਦੀ ਅਸਲ ਆਰਤੀ ਜੋ ਹੋ ਰਹੀ ਹੈ, ਜੋ ਯਥਾਰਥ ਆਰਤੀ ਜਿਸ ਵਿੱਚ ਕਥਨ ਕੀਤੀ ਹੋਈ ਹੈ ਸ਼ਬਦ ਵਿੱਚ। ਫਿਰ ਉਹ ਆਰਤੀ ਦੇ ਵਿੱਚ ਹੀ ਜੋ ਸਤਿਗੁਰ ਜੀ ਪਰਮੇਸ਼ਰ ਦਾ ਜਸ ਕਥਨ ਕਰ ਰਹੇ ਹੈ, ਨਿਰਗੁਣ ਤੇ ਸਰਗੁਣ ਸਰੂਪ ਦਾ, ਉਹ ਹੈ ਐਸੀ ਆਰਤੀ। ਤੇ ਕਹਿੰਦੇ ਆ ਵੀ ਇੱਕ ਓੰਕਾਰ, ਇੱਕ ਜੋ ਅਦੁੱਤੀ ਬ੍ਰਹਮ ਹੈ ਪਰਮੇਸ਼ਰ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਕਰਕੇ ਉਸ ਪਰਮੇਸ਼ਰ ਦੀ ਪ੍ਰਾਪਤੀ ਹੈ। ਗਗਨ ਮੈ ਥਾਲ,
ਇੱਥੇ ਜਿਹੜਾ ਮੈਂ ਪਾਠ ਹੈ ਉਹਨੂੰ ਮੈਂ ਕਰਕੇ ਨਹੀਂ ਪੜ੍ਹਨਾ। ਇੱਥੇ ਮੈਂ ਦਾ ਅਰਥ ਰੂਪ, ਅਤੇ ਮੈਂ ਕਹਾਂਗੇ ਦੇ ਵਿੱਚ ਅਰਥ ਹੋ ਜਾਏਗਾ। ਇਸ ਕਰਕੇ ਬਿੰਦੀ ਲਾ ਕੇ ਨਹੀਂ ਪੜ੍ਹਨਾ ਹੈ, ਕਿਉਂਕਿ ਕਈ ਕਹਿ ਦਿੰਦੇ ਵੀ ਇਹ 'ਚ ਕੀ ਹੋ ਗਿਆ, ਆ ਬਹੁਤੀਆਂ ਤੁਸੀਂ ਝਖਾ ਨਾ ਮਾਰਿਆ ਕਰੋ, ਆ ਜਿਵੇਂ ਹੋ ਗਿਆ ਕੋਈ ਗੱਲ ਨਹੀਂ ਹੋ ਗਿਆ। ਪਰ ਇੱਕ ਹੁਣ ਮੈਂ ਕਿੱਥੇ ਮੈਂ ਵਿੱਚ ਕਹਿਣਾ ਹੈ, ਕਿੱਥੇ ਮੈਂ ਰੂਪ ਹੈ, ਕਿੰਨਾ ਅਰਥ ਹੈ, ਐਵੇਂ ਉਹ ਅਰਥ ਦਾ ਅਨਰਥ ਹੋ ਜਾਂਦਾ ਹੈ। ਅਤੇ ਉਹ ਅਸੀਂ ਸੂਖਮ ਅਸੀਂ ਕਹਿੰਦੇ ਕੋਈ ਗੱਲ ਹੀ ਨਹੀਂ ਇਹਦੇ ਵਿੱਚ। ਗੁਰਬਾਣੀ ਨੂੰ ਸਮਝ ਕੇ ਜਿਹੜਾ ਪੜ੍ਹਨਾ ਯੋਗ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਗੁਰੂ ਸਾਹਿਬ ਜੀ ਕਹਿੰਦੇ ਵੀ ਪੰਡਿਓ ਪੁਜਾਰੀਓ, ਤੁਸੀਂ ਤਾਂ ਛੋਟਾ ਜਿਹਾ ਥਾਲ ਫੜਿਆ ਹੋਇਆ ਅਤੇ 4 ਦੀਵੇ ਰੱਖੇ ਹੋਏ ਹੈ, 2-4 ਮੋਤੀ ਰੱਖੇ ਹੋਏ ਹੈ। ਅਸਲ ਵਿੱਚ ਉਸ ਪਰਮੇਸ਼ਰ ਦੀ ਤੇ ਆਰਤੀ ਐਸੀ ਹੋ ਰਹੀ ਹੈ। ਗਗਨ ਮੈਂ ਥਾਲ, ਜੋ ਗਗਨ ਹੈ, ਗਗਨ ਰੂਪ ਥਾਲ ਹੈ। ਜਿਵੇਂ ਥਾਲ ਗੋਲ ਹੁੰਦਾ, ਇਸੇ ਤਰ੍ਹਾਂ ਆਕਾਸ਼ 4 ਚੁਫੇਰੇ ਗੋਲਾਕਾਰ ਦਿਸ ਰਿਹਾ ਹੈ। ਜਿੱਧਰ ਵੇਖੋ ਉੱਧਰ ਹੀ ਥੱਲੇ ਲੱਗਿਆ ਦਿਸਦਾ ਹੈ। ਇਹ ਗਗਨ ਰੂਪ ਥਾਲ ਹੈ, ਜਿਹਦੇ ਵਿੱਚ ਸੂਰਜ ਅਤੇ ਚੰਦ ਰੂਪੀ ਦੀਪਕ ਜਿਹੜੇ ਦੀਵੇ ਬਣੇ ਹੋਏ ਰੱਖੇ ਹੋਏ ਹੈ। ਤਾਰਿਕਾ ਮੰਡਲ ਜਨਕ ਮੋਤੀ। ਤਾਰਿਆਂ ਦਾ ਮੰਡਲ ਜੋ ਹੈ, ਮੰਡਲ ਦਾ ਅਰਥ ਸਮੂਹ ਵੀ ਹੁੰਦਾ, ਵੀ ਜੋ ਸਮੂਹ ਤਾਰੇ ਜਾਂ ਤਾਰਿਆਂ ਦਾ ਮੰਡਲ ਹੈ ਸਮੂਹ, ਇਹ ਵਿੱਚ ਗਗਨ ਰੂਪੀ ਥਾਲ ਦੇ ਵਿੱਚ ਮੋਤੀ ਜਣਕ ਜੜੇ ਹੋਏ ਹੈ, ਜਾਂ ਜੜੇ ਹੋਏ ਜਣਕ ਕਹੀਏ ਜਾਣੋ। ਧੂਪ ਮਲਿਆਨ ਲੋ ਪਵਨ ਚਵਰੋ ਕਰੇ। ਤੁਸੀਂ ਆ ਧੂਪ ਬੱਤੀ ਜਾਂ ਹੋਰ ਕੁਝ ਥੋੜ੍ਹਾ ਦਿਖਾ ਦਿੰਦੇ ਹੋ। ਉੱਧਰ ਜੋ ਮਲਿਆਗਰ ਨਾਮੇ ਪਹਾੜ ਹੈ, ਇਹ ਭਾਰਤ ਵਿੱਚ ਬੰਬਈ ਤੋਂ ਲੈ ਕੇ ਰਮੇਸ਼ਵਰ ਤੱਕ ਉਹਦੇ ਸਥਾਨ ਦੇ ਵਿੱਚ ਮਲਿਆਗਰ ਨਾਮੇ ਪਹਾੜ ਹੁੰਦਾ, ਜਿੱਥੇ ਚੰਦਨ ਹੀ ਚੰਦਨ ਹੈ। ਉਹ ਮਲਿਆਗਰ ਨਾਮੇ ਪਹਾੜ ਜੋ ਹੈ, ਅਤੇ ਜਿੰਨੀਆਂ ਉਹਦੇ ਨੇੜੇ ਨੇੜੇ ਬੂਟੀਆਂ ਸੁਗੰਧੀ ਵਾਲੀਆਂ, ਅਤੇ ਜਦੋਂ ਅੱਗ ਲੱਗ ਜਾਂਦੀ ਹੈ, ਆਨ ਲੋ ਕਹੀਏ ਅੱਗ, ਆਵਾਸਾਂ ਦੇ ਆਪੋ ਵਿੱਚ ਹੀ ਉਹ ਟਕਰਾ ਕਰਕੇ ਅੱਗ ਲੱਗ ਜਾਂਦੀ, ਦਾਵਾ ਅੱਗ ਲੱਗ ਜਾਂਦੀ ਹੈ। ਫਿਰ ਅੱਗ ਲੱਗਣੇ ਕਰਕੇ ਉਹ ਚੰਦਨ ਵੀ ਜਿਹੜਾ ਉਹ ਵੀ ਸੜਦੀ ਹੈ, ਬੂਟੀਆਂ ਸੜਦੀਆਂ, ਫਿਰ ਉਹ ਜਿਹੜਾ ਧੂੰਆਂ ਨਿਕਲਦਾ ਆ ਜੰਗਲ ਵਿੱਚੋਂ, ਉਹ ਸੁਗੰਧੀ ਨਿਕਲਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਲਿਆਗਰ ਨਾਮੇ ਪਹਾੜ ਹੈ, ਜਿੱਥੇ ਚੰਦਨ ਹੀ ਚੰਦਨ ਲੱਗੀ ਹੋਈ ਹੈ, ਹੋਰ ਬੂਟੀਆਂ ਜਿੰਨੀਆਂ ਜਦੋਂ ਵਾਂਸਾਂ ਦੇ ਨਾਲ ਵਾਂਸ ਟਕਰਾਉਣ ਕਰਕੇ ਆਨ ਲੋ ਅਗਨੀ ਲੱਗਦੀ ਹੈ, ਅਤੇ ਉਹ ਧੂੰਆਂ ਨਿਕਲਦਾ, ਉਹ ਧੂਫ ਹੋ ਰਹੀ ਹੈ ਉਸ ਪਰਮੇਸ਼ਰ ਨੂੰ ਆਰਤੀ ਵਿੱਚ। ਪਵਨ ਚਵਰੋ ਕਰੇ, ਜਿਹੜੀ ਹਵਾ ਝੁੱਲ ਰਹੀ ਹੈ, ਇਹ ਚਵਰੋ ਕਰੇ, ਇਹ ਚੌਰ ਹੋਣਾ ਕਰ ਰਿਹਾ ਹੈ। ਜਿੰਨੇ ਰੁੱਖ ਜਦੋਂ ਹਵਾ ਵਗਦਿਆਂ ਝੁਕਦੇ ਹੈ, ਇੱਧਰ ਉੱਧਰ ਲਹਿਰਾਉਂਦੇ ਹੈ, ਇਹ ਪਰਮੇਸ਼ਰ ਨੂੰ ਨਮਸਕਾਰਾਂ ਕਰ ਰਹੇ ਹਨ। ਸਗਲ ਬਨ ਰਾਏ ਫੁਲੰਤ ਜੋਤੀ। ਸਗਲ ਸਾਰੀ ਜਿਹੜੀ ਸਗਲ ਬਨ ਜੰਗਲ ਹੈ, ਜਾਂ ਸਗਲ ਬਨਸਪਤੀ ਹੈ, 18 ਭਾਰ, ਇਹ 18 ਭਾਰ ਦੇ ਰਾਏ ਰੂਪ, ਜੋ ਰਾਏ ਰਾਜਾ ਰੂਪ ਪ੍ਰਕਾਸ਼ ਹੈ, ਜੋਤੀ ਸਰੂਪ ਹੈ, ਉਸ ਨੂੰ ਫੁਲੰਤ ਕਹੀਏ, ਫੁੱਲ ਭੇਟਾ ਹੋ ਰਹੇ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਕੈਸੀ ਆਰਤੀ ਹੋਏ, ਇੱਥੇ ਵਿਸ਼ਰਾਮ ਵੀ ਕੈਸੀ ਆਰਤੀ ਹੋਏ ਪਰਮੇਸ਼ਰ, ਇਸ ਤਰ੍ਹਾਂ ਤੇਰੀ ਤੇ ਐਸੀ ਮਹਾਨ ਆਰਤੀ ਹੋ ਰਹੀ ਹੈ। ਇਹ ਜਿਹੜੀ ਆਰਤੀ ਕਰ, ਉਹ ਕੈਸੇ ਆਰਤੀ ਹੋ ਸਕਦੀ ਤੁਹਾਡੀ। ਭਵ ਖੰਡਨਾ ਤੇਰੀ ਆਰਤੀ। ਇਹ ਸੰਸਾਰ ਦੇ ਦੁੱਖਾਂ ਨੂੰ, ਜੰਮਣ ਮਰਨ ਦੇ ਦੁੱਖਾਂ ਨੂੰ ਟੋਟੇ ਟੋਟੇ ਕਰਨ ਵਾਲੇ ਪਰਮੇਸ਼ਰ, ਅਸਲ ਵਿੱਚ ਤੇ ਤੇਰੀ ਉਹੀਓ ਆਰਤੀ ਹੈ ਜੋ ਉਪਰੋਕਤ ਕਥਨ ਕੀਤੀ ਹੈ। ਉਹੀਓ ਤੇਰੀ ਯਥਾਰਥ ਆਰਤੀ ਹੈ, ਉਹੀਓ ਤੇਰੀ ਅਸਲ ਆਰਤੀ ਹੋ ਰਹੀ ਹੈ। ਅਨਹਤਾ ਸ਼ਬਦ ਵਾਜੰਤ ਭੇਰੀ। ਇਹ ਪੰਡਤ ਕਹਿੰਦੇ ਸੀ ਨਾ ਵੀ ਤੁਸੀਂ ਮੁੱਖ ਤੋਂ ਕੁਝ ਨਹੀਂ ਬੋਲੇ। ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਹੱਦ ਤੋਂ ਰਹਿਤ ਇੱਕ ਰਸ ਵਾਹਿਗੁਰੂ ਵਾਹਿਗੁਰੂ ਨਾਮ ਦਾ ਸ਼ਬਦ ਦੀ ਧੁਨੀ ਹੋ ਰਹੀ ਹੈ। ਇਹੀਓ ਉਸ ਪਰਮੇਸ਼ਰ ਦੇ ਦਰ 'ਤੇ ਜਿਹੜੀ ਹੈ ਵਜੰਤ ਭੇਰੀ,
ਇੱਕ ਨਗਾਰਾ ਹੁੰਦਾ ਜੋ ਨਫੀਰੀ ਨਾਲ ਵਜਾਇਆ ਜਾਂਦਾ, ਭੇਰੀ ਨਗਾਰਾ। ਇਹ ਭੇਰੀ ਵੱਜ ਰਹੀ ਹੈ, ਅਨਹਤ ਸ਼ਬਦ। ਸਾਰੇ ਜੀਵ ਜਿਹੜੇ ਇੱਕ ਰਸ ਵਾਹਿਗੁਰੂ ਦੇ ਨਾਮ ਦੀ ਧੁਨੀ ਸ਼ਬਦ ਉਚਾਰੇ, ਇਹ ਉਸ ਪਰਮੇਸ਼ਰ ਦੇ ਦਰ ਦੇ ਉੱਪਰ ਭੇਰੀ ਇੱਕ ਤਰਫ ਦਾ ਨਗਾਰਾ ਨਫੀਰੀ ਵੱਜ ਰਹੀ ਹੈ ਹਰ ਵਕਤ। ਰਹਾਉ ਸਹਸ ਤਵ ਨੈਨ ਨਾਨ ਨੈਨ ਹੈ ਤੋਹੇ ਕੋ। ਹੁਣ ਇੱਥੇ ਸਤਿਗੁਰੂ ਜੀ ਆਰਤੀ ਨਾਲ ਹੀ ਉਸ ਵਾਹਿਗੁਰੂ ਨਿਰਗੁਣ ਸਰਗੁਣ ਸਰੂਪ ਦਾ ਜਸ ਕਰ ਰਹੇ ਹੈ। ਸਹਸ ਤਵ ਨੈਨ, ਹੈ ਪਰਮੇਸ਼ਰ ਤੇਰੇ ਜਦੋਂ ਸਰਗੁਣ ਸਰੂਪ ਤੂੰ ਧਾਰਦਾ ਹੈ, ਜੋ ਰਾਮ ਕ੍ਰਿਸ਼ਨ ਸ਼ਿਵ ਜੀ ਬ੍ਰਹਮਾ ਕੁਬੇਰ ਇੰਦਰ ਇਹ ਸਾਰੇ ਜਿਹੜੇ ਹੈ ਕੀ ਹੈ, ਇਹ ਸਰਗੁਣ ਸਰੂਪ ਹੀ ਹੈ ਪਰਮੇਸ਼ਰ ਦਾ। ਇਹ ਪਰਮੇਸ਼ਰ ਦੀ ਜੋਤ ਤੋਂ ਪਰੇ ਤਾਂ ਕੋਈ ਨਹੀਂ ਨਾ ਹੈਗਾ। ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਗੁਰੂ ਸਾਹਿਬ ਜੀ ਨੇ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਭ ਕੁਝ ਕਿਹਾ ਵੀ ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਹ ਸਾਰਿਆਂ ਵਿੱਚ ਪਰਮੇਸ਼ਰ ਹੈ ਅਤੇ ਉਹ ਸਾਰਿਆਂ ਨੂੰ ਹੁਣ ਸਾਨੂੰ ਅੱਖਾਂ 'ਤੇ ਲੱਗੀਆਂ ਹੀ ਹੋਈਆਂ। ਇਹ ਪਰਮੇਸ਼ਰ ਸਰਗੁਣ ਸਰੂਪ ਕਰਕੇ ਤੇਰੇ ਹਜ਼ਾਰਾਂ ਹੀ ਨੇਤਰ ਹੈ, ਅਤੇ ਜਦੋਂ ਤੇਰਾ ਨਿਰਗੁਣ ਸਰੂਪ ਹੋ ਜਾਂਦਾ ਹੈ, ਨਨ ਨੈਣ ਹੈ ਤੋਹੇ, ਫਿਰ ਤੇਰਾ ਨਨ ਕਹੀਏ ਕੋਈ ਨੇਤਰ ਨਹੀਂ ਹੈ, ਉਦੋਂ ਤੂੰ ਸਰੀਰ ਤੋਂ ਪਰੇ ਚੱਕਰ ਚਿਹਨਾ 12 ਹੈ। ਸਹਸ ਮੂਰਤ ਨਨਾ ਏਕ ਤੋਹੀ। ਸਹਸ ਹਜ਼ਾਰਾਂ ਹੀ ਤੇਰੀਆਂ ਮੂਰਤਾਂ ਹੈ ਸਰਗੁਣ ਸਰੂਪ ਵਿੱਚ, ਨਿਰਗੁਣ ਸਰੂਪ ਵਿੱਚ। ਤੋਹੀ ਇਹ ਕਹੀਏ ਤੇਰੀ ਇੱਕ ਵੀ ਮੂਰਤ ਨਹੀਂ ਹੈ, ਇੱਕ ਵੀ ਤੇਰਾ ਸਰੂਪ ਨਹੀਂ ਹੈ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸਰਗੁਣ ਸਰੂਪ ਵਿੱਚ ਹਜ਼ਾਰਾਂ ਹੀ ਤੇਰੇ ਜਿਹੜੇ ਪਦ ਕਹੀਏ ਚਰਨ ਹੈ ਉਜਲ ਮੈਲ ਤੋਂ ਰਹਿਤ। ਨਨ ਏਕ ਪਦ, ਨਿਰਗੁਣ ਸਰੂਪ ਵਿੱਚ ਤੇਰਾ ਇੱਕ ਵੀ ਪਦ ਚਰਨ ਨਨ ਕਹੀਏ ਹੈ ਹੀ ਨਹੀਂ ਹੈ। ਇਸੇ ਤਰ੍ਹਾਂ ਹੀ ਗੰਧ ਬਿਨ, ਹੇ ਪਰਮੇਸ਼ਰ ਤੂੰ ਨਿਰਗੁਣ ਸਰੂਪ ਵਿੱਚ। ਹੁਣ ਨੱਕ ਦਾ ਕੀ ਗੁਣ ਹੈ, ਇਹਦਾ ਵਿਸ਼ਾ ਕੀ ਹੈ? ਨੱਕ ਦਾ ਗੰਧ ਸੁਗੰਧੀ। ਇਸ ਕਰਕੇ ਇੱਥੋਂ ਭਾਵ ਅਰਥ ਵੀ ਨੱਕ। ਗੰਧ ਬਿਨ ਨਿਰਗੁਣ ਸਰੂਪ ਵਿੱਚ ਤੂੰ ਨੱਕ ਨਾਸਾਂ ਤੋਂ ਰਹਿਤੀ ਹੈ। ਸਹਸ ਤਵ ਗੰਧ ਇਵ ਚਲਤ ਮੋਹੀ। ਸਰਗੁਣ ਸਰੂਪ ਵਿੱਚ ਤੇਰੇ ਹਜ਼ਾਰਾਂ ਜਿਹੜੇ ਹੈ ਨੱਕ ਹੈ, ਬੇਅੰਤੀ ਤੇਰੇ ਨੱਕ ਹੈ। ਇਵ ਚਲਤ ਮੋਹੀ, ਇਵੇਂ ਤੇਰੇ ਚਲਤ ਕੌਤਕ ਚਰਤ ਦੇਖ ਕੇ ਮਹਾਰਾਜ ਮੇਰੀ ਜਿਹੜੀ ਬੁੱਧੀ ਹੈ ਉਹ ਮੋਹੀ ਜਾ ਰਹੀ ਹੈ, ਉਹ ਅਚਰਜ ਹੋ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ। ਸਾਰਿਆਂ ਵਿੱਚ ਤੇਰੀ ਹੀ ਜੋਤ ਹੈ ਤੇ ਜੋਤ ਹੈ ਸੋਏ। ਸਭ ਵਿੱਚ ਤੇਰੀ ਉਸ ਪਰਮੇਸ਼ਰ ਦੀ ਹੀ ਜੋਤ ਹੈ। ਤਿਸ ਕਾ ਚਾਨਣ ਸਭ ਮਹਿ ਚਾਨਣ ਹੋਏ। ਸਭ ਮਹਿ ਜੋਤ, ਜਿਹੜੀ ਸਾਰਿਆਂ ਵਿੱਚ ਜੋਤ ਹੈ, ਚੇਤਨ ਸੱਤਾ ਰੂਪੀ ਜੋਤ ਹੈ ਸੋਏ, ਉਸ ਪਰਮੇਸ਼ਰ ਦੀ ਹੀ ਜੋਤ ਹੈ। ਤਿਸ ਕਾ ਚਾਨਣ ਸਭ ਮਹਿ ਚਾਨਣ ਹੋਏ। ਉਸ ਪਰਮੇਸ਼ਰ ਦੇ ਚੇਤਨ ਸੱਤਾ ਰੂਪੀ ਚਾਨਣ ਪ੍ਰਕਾਸ਼ ਕਰਕੇ ਸਾਰਿਆਂ ਵਿੱਚ ਚਾਨਣ ਹੋ ਰਿਹਾ। ਜਿਹੜੀਆਂ ਖਟ ਜੋਤੀਆਂ ਹੈ, ਸੂਰਜ ਵਿੱਚ ਪ੍ਰਕਾਸ਼ ਵੀ ਆਪਣਾ ਨਹੀਂ ਹੈ, ਚੰਦਰਮਾ ਵਿੱਚ ਵੀ ਆਪਣਾ ਪ੍ਰਕਾਸ਼ ਨਹੀਂ ਹੈ, ਅਗਨੀ ਵਿੱਚ ਵੀ ਆਪਣਾ ਪ੍ਰਕਾਸ਼ ਨਹੀਂ ਹੈ, ਬਿਜਲੀ ਵਿੱਚ ਵੀ ਆਪਣਾ ਪ੍ਰਕਾਸ਼ ਨਹੀਂ ਹੈ, ਜੁਗਣੂ ਵਿੱਚ ਵੀ ਆਪਣਾ ਪ੍ਰਕਾਸ਼ ਨਹੀਂ ਹੈ, ਬੁੱਧੀ ਵਿੱਚ ਵੀ ਆਪਣਾ ਪ੍ਰਕਾਸ਼ ਨਹੀਂ ਹੈ। ਫਿਰ ਇਹ ਕਿਹਦਾ ਪ੍ਰਕਾਸ਼ ਹੈ? ਇਹ ਜੋ ਖਟ ਜੋਤੀਆਂ ਤਿਸ ਕੈ ਚਾਨਣ, ਉਸ ਪਰਮੇਸ਼ਰ ਦੇ ਚੇਤਨ ਸੱਤਾ ਰੂਪੀ ਚਾਨਣ ਹੈ, ਉਹਦਾ ਹੀ ਪ੍ਰਕਾਸ਼ ਹੈ। ਸਭ ਮੈਂ ਚਾਨਣ ਹੋਏ, ਸਾਰਿਆਂ ਵਿੱਚ ਚਾਨਣ ਹੋ ਰਿਹਾ ਉਸ ਮਾਲਕ ਦਾ। ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਗਵਾਹੀ ਨਾਲ, ਗੁਰੂ ਦੀ ਸਿੱਖਿਆ ਨਾਲ ਉਹ ਜੋਤ ਰੂਪ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਜੋਤ ਰੂਪ ਹੀ ਉਹ ਪਰਮੇਸ਼ਰ ਪ੍ਰਗਟ ਹੋ ਜਾਂਦਾ, ਰਾਜਾ ਰੂਪ। ਜੋ ਤਿਸ ਭਾਵੈ ਸੋ ਆਰਤੀ ਹੋਏ। ਜਿਹੜਾ ਤਿਸ ਕਹੀ ਉਸ ਪਰਮੇਸ਼ਰ ਨੂੰ ਭਾ ਜਾਣਾ, ਚੰਗੇ ਲੱਗ ਜਾਣਾ ਹੈ, ਉਹੀਓ ਪਰਮੇਸ਼ਰ ਤੇਰੀ ਆਰਤੀ ਹੋ ਰਹੀ ਹੈ, ਉਹੀਓ ਅਸਲ ਆਰਤੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਵਾਹਿਗੁਰੂ ਦੇ ਜਿਹੜੇ ਚਰਨ ਕਮਲ ਹੈ,
ਤੇ ਉਹਨਾਂ ਦੇ ਚਰਨ ਕਮਲਾਂ ਦੀ ਜਿਹੜੀ ਮਕਰੰਦ ਕਹੀਏ ਧੂੜੀ ਹੈ, ਮੇਰਾ ਮਨ ਰੂਪੀ ਭੌਰਾ ਜਿਹੜਾ ਲੋਭਦ ਕਹੀਏ ਲੁਭਾਏਮਾਨ ਹੋ ਰਿਹਾ ਹੈ। ਅਨ ਦਿਨਾ ਮੋਹੇ ਆਹੀ ਪਿਆਸਾ, ਤੇ ਰਾਤ ਦਿਨ ਮੈਨੂੰ ਤੇ ਇਹੋ ਪਿਆਸਾ ਤੇ ਲੱਗੀ ਹੋਈ ਹੈ ਪਰਮੇਸ਼ਰ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਸਾਰੰਗ ਕਹੀਏ ਮੈਨੂੰ ਬਬੀਹੇ ਨੂੰ, ਹੈ ਪਰਮੇਸ਼ਰ ਆਪਣੀ ਕਿਰਪਾ ਰੂਪੀ ਜਲ ਮੇਰੇ ਮੁਖ ਵਿੱਚ ਪਾ ਦਿਓ ਜੀ। ਹੋਏ ਜਾਤੇ ਤੇਰਾ ਨਾਮ ਵਾਸਾ, ਜਿਸ ਕਰਕੇ ਤੇਰਾ ਜਿਹੜਾ ਨਾਮ ਦਾ ਵਾਸਾ ਹੈ ਮੇਰੇ ਹਿਰਦੇ ਵਿੱਚ ਹੋ ਜਾਏ ਜੀ। ਦੋਹਰਾ ਇਸ ਪ੍ਰਕਾਰ ਕੀ ਆਰਤੀ, ਇਸ ਪ੍ਰਕਾਰ ਦੀ ਹੈ ਪੰਡਿਓ ਜਿਹੜੀ ਆਰਤੀ। ਨਿਤ ਉਤਾਰ ਕਰਤਾਰ, ਕਰਤਾਰ ਪਰਮੇਸ਼ਰ ਦੀ ਹਮੇਸ਼ਾ ਜਿਹੜੇ ਹੈ ਇਹ ਸਾਰੇ ਉਤਾਰ ਰਹੇ ਹੈ, ਕਰ ਰਹੇ ਹਨ। ਆਕਾਸ਼ ਤਾਰੇ ਸੂਰਜ ਚੰਦਰਮਾ ਇਤਿਆਦਿਕ ਸਾਰੇ ਹੀ। ਮਨ ਕੋ ਰੋਕ ਨਾ ਕਰਤ ਇਉ, ਮਨ ਕੋ ਰੋਕ ਜੋ ਕਰਤ ਇਉ, ਮਨ ਨੂੰ ਰੋਕ ਕੇ ਜੋ ਇਉਂ ਆਰਤੀ ਕਰਦੇ ਐ ਫਿਰ ਨਾ ਪਾਏ ਸੰਸਾਰ, ਫਿਰ ਉਹ ਸੰਸਾਰ ਵਿੱਚ ਜਨਮ ਨਹੀਂ ਪਾਉਂਦੇ, ਉਹ ਸੰਸਾਰ ਵਿੱਚ ਫੇਰਾ ਨਹੀਂ ਪਾਉਂਦੇ, ਜੰਮ ਕੇ ਨਹੀਂ ਆਉਂਦੇ, ਮਰ ਕੇ ਨਹੀਂ ਜਾਂਦੇ, ਬਹੁੜ ਜੁਨ ਨਾ ਪਾਈਐ ਮੁੜ ਜੂਨੀ ਨਹੀਂ ਪਾਉਂਦੇ ਉਹ। ਜੋ ਪਾਈ ਸੁਨ ਕਰ ਪੰਡੇ ਬੰਧਨ ਕਰਹਿ, ਸੁਣ ਕਰਕੇ ਜਿੰਨੇ ਪੰਡਿਤ ਸਨ ਪੁਜਾਰੀ ਮਹਾਰਾਜ ਜੀ ਨੂੰ ਨਮਸਕਾਰਾਂ ਕਰਨ ਲੱਗੇ। ਮਹਾਪੁਰਖ ਇਹ ਭਜਨ ਉਚਰਹਿ, ਆਪੋ ਵਿੱਚ ਹੀ ਕਹਿੰਦੇ ਜੇ ਉਹ ਇਹ ਜੋ ਗੁਰੂ ਨਾਨਕ ਸਾਹਿਬ ਹੈ ਤੇ ਭਈ ਮਹਾਂਪੁਰਖ ਹੀ ਹਨ। ਇਹ ਸਤ ਸਭ ਇਨ ਕੋ ਕਹਿਣਾ, ਜੋ ਵੀ ਇਹਨਾਂ ਨੇ ਕਿਹਾ ਹੈ ਨਾ ਇਹਨਾਂ ਦਾ ਕਹਿਣਾ ਬਿਲਕੁਲ 16 ਨੇ ਸੱਚੀ ਹੈ। ਮਨ ਸਥਿਰ ਇੱਕ ਛਿਨ ਨਹਿ ਰਹਿਣਾ, ਠੀਕ ਹੈ ਵੀ ਆਪਾਂ ਆਰਤੀ ਤੇ ਕਰਦੇ ਹਾਂ ਪਰ ਜਿਹੜਾ ਸਾਡਾ ਮਨ ਹੈ ਆਰਤੀ ਕਰਦਿਆਂ ਸਥਿਤ ਇੱਕ ਛਿਨ ਵੀ ਨਹੀਂ ਰਹਿੰਦਾ ਹੈ, ਇੱਕ ਛਿਨ ਵੀ ਟਿਕਿਆ ਨਹੀਂ ਰਹਿੰਦਾ ਸਾਡਾ ਮਨ। ਦੋਏ ਦਿਵਸ ਤਹ ਰਾਖਿਓ ਡੇਰਾ, ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਜਗਨਨਾਥਪੁਰੀ ਮੰਦਿਰ ਦੇ ਪਾਸ 2 ਦਿਨ ਡੇਰਾ ਕੀਤਾ ਸੀ, ਜਿੱਥੇ ਅੱਜ ਮੰਗੂ ਮੱਠ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ। ਬਹੁਰ ਗਮਨੇ ਹੋਤ ਸਵੇਰਾ, ਇੱਥੇ ਮੰਗੂ ਮੱਠ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਤੇ ਉਹ ਸਰਕਾਰ ਦੀ ਬਦਨੀਤੀਆਂ ਮਾੜੀਆਂ ਕਰਕੇ ਉਹ ਜਿਹੜਾ ਗੁਰਦੁਆਰਾ ਸਾਹਿਬ ਸਤਿਗੁਰੂ ਜੀ ਦਾ ਜਿਹੜਾ ਇੰਨਾ ਪਵਿੱਤਰ ਤੇ ਸਥਾਨ ਸੀ ਉਹਨੂੰ ਆ ਰਲ ਮਿਲ ਕੇ ਸਰਕਾਰਾਂ ਨੇ ਢਾਹ ਹੀ ਦਿੱਤਾ ਹੈ। ਆ ਥੋੜ੍ਹੇ ਕੋਈ 6 ਮਹੀਨੇ ਦੀ ਗੱਲ ਹੈ, ਸਰਕਾਰ ਨੇ ਉਹ ਵਿਗੜੀ ਜੀ ਵਿਗਾੜ ਕੇ ਗੁਰਦੁਆਰੇ ਸਾਹਿਬ ਦੇ ਬੁਲਡੋਜ਼ਰ ਲਾ ਕੇ ਸਾਰੇ ਢਾਹ ਦਿੱਤੇ ਹੈ। ਢਾਹ ਦਿੱਤਾ ਹੈ ਵੀ ਤਾਂ ਜੋ ਇੱਥੇ ਦੁਕਾਨਾਂ ਬਣਾਈਆਂ ਜਾਣ ਅਤੇ ਸਾਡੇ ਮੰਦਿਰ ਵਿੱਚ ਆਉਣ ਜਾਣ ਵਾਲਿਆਂ ਨੂੰ ਉਹ ਚੀਜ਼ਾਂ ਪ੍ਰਾਪਤ ਹੁੰਦੀਆਂ ਰਹਿਣ। ਅਤੇ ਗੁਰੂ ਕੇ ਸਿੰਘ ਉੱਥੇ ਨਿਹੰਗ ਸਿੰਘ 5 ਕੁ ਜਾਣੇ ਅਤੇ ਜੋ ਉੱਥੇ ਹਜ਼ੂਰ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤੇ ਸੀ ਉਹਨਾਂ ਵਿੱਚੋਂ ਕੁਝ ਸਿੰਘ ਉੱਥੇ ਗਏ ਸਨ। ਉਹਨਾਂ ਸਿੰਘਾਂ ਨੇ ਉੱਥੇ ਮੋਰਚਾ ਗੱਡਿਆ ਸੀ ਵੀ ਇਹ ਗੁਰੂ ਘਰ ਅਸੀਂ ਨਹੀਂ ਢਾਉਣ ਦੇਣਾ, ਨਿਸ਼ਾਨ ਸਾਹਿਬ ਵੀ ਗੱਡਿਆ। ਫਿਰ ਲੋਕ ਉੱਥੇ ਜਿਹੜੇ ਉੜੀਸਾ ਦੇ ਉੜੀਆ ਲੋਕ ਬੜੇ ਇਕੱਠੇ ਹੋਏ, ਜਿੰਨੀ ਪੁਲਿਸ ਉਹ ਵੀ ਇਕੱਠੀ ਹੋਈ, ਕੋਈ ਗਾਂਹ ਹੱਥ ਨਾ ਪਾਵੇ ਕਿਉਂਕਿ ਸਿੰਘਾਂ ਨੇ ਚੌਪਈ ਸਾਹਿਬ ਦੇ ਪਾਠ ਆਰੰਭ ਕੀਤੇ, ਨਾਲ ਖੰਡਾ ਹੱਥ ਵਿੱਚ ਫੜਿਆ ਹੋਇਆ ਸੀ ਕੋਈ ਤਾਂ ਨਾ ਜਾਵੇ। ਫਿਰ ਬਹੁਤ ਬੇਨਤੀਆਂ ਕਰਨੇ ਕਰਕੇ ਵੀ ਤੁਸੀਂ ਥੱਲੇ ਆ ਜਾਓ, ਤੁਹਾਡਾ ਮਸਲਾ ਕੀ ਹੈ। ਫਿਰ ਉਹ ਸਿੰਘ ਥੱਲੇ ਆਏ ਬਹੁਤਾ ਕਹਿਣੇ ਕਰਕੇ, ਅਰਦਾਸ ਬੇਨਤੀ ਕਰਕੇ। ਫਿਰ ਵੀ ਉਹਨਾਂ ਲੋਕਾਂ ਨੇ ਆਪਣੀ ਜਿਹੜੀ ਹੈ ਹੁਜਤਬਾਜ਼ੀ ਛੱਡੀ ਨਹੀਂ ਹੈ। ਉਹ ਸਾਡਾ ਬਹੁਤ ਮਹਾਨ ਸਥਾਨ ਹੈ ਸਾਧ ਸੰਗਤ ਜੀ, ਜਿੱਥੇ ਗੁਰੂ ਸਾਹਿਬ ਜੀ ਨੇ ਆਰਤੀ ਉਚਾਰੀ। ਉਸ ਵੇਲੇ ਗੁਰੂ ਸਾਹਿਬ ਜੀ ਨਾਲ ਕੋਈ ਫੌਜਾਂ ਨਹੀਂ, ਕੋਈ ਲੋਕ ਨਹੀਂ ਬਹੁਤੇ ਇਕੱਠੇ ਸਨ। ਫਿਰ ਵੀ ਮਹਾਰਾਜ ਜੀ ਨੇ ਕਿਸੇ ਪੰਡਿਤ ਉੜੀਆ ਵਾਲੇ ਨੂੰ ਬੋਲਣ ਨਹੀਂ ਦਿੱਤਾ। ਜਦੋਂ ਕਿ ਉੜੀਸਾ ਵਿੱਚ ਬਹੁਤ ਆਦਿਵਾਸੀ ਲੋਕ ਹੈ ਅਤੇ ਉਹ ਵਹਿੰਦੇ ਵੂੰਦੇ ਕੱਖ ਨਹੀਂ ਹੈ। ਮਾਤੜ ਨੇ ਉੱਧਰ ਆਂਧਰਾ ਪ੍ਰਦੇਸ਼ ਵਾਲੇ ਵਿਚਰਦੇ ਰਹੇ ਆ, ਉਹ ਲੋਕ 10 ਮਿੰਟ ਨਹੀਂ ਲਾਉਂਦੇ ਕੁਝ ਕਰਨ ਲੱਗੇ ਆ। ਪਰ ਗੁਰੂ ਸਾਹਿਬ ਜੀ ਨੇ ਕਿਸੇ ਨੂੰ ਬੋਲਣ ਨਹੀਂ ਦਿੱਤਾ। ਅੱਜ ਗੁਰੂ ਕੀ ਜਿਹੜੀ ਫੌਜ ਹੈ, ਸਿੱਖ ਕੌਮ ਖਾਲਸਾ ਫੌਜ ਬਹੁਤ ਹੈ, ਪਰ ਕੋਈ ਮੂੰਹ ਨਹੀਂ ਉੱਧਰ ਚੁੱਕਦਾ।
क्योंकि जो अपना घर टट्ठे फिर तो लोग मरन नूं तैयार हो जाते हैं, ਜਦੋਂ किते गुरु घर नूं कुछ होवे फिर कहते गुरु आपे वेखू वो देख रहा है, वो पछाणेगा, आपे भुगतणगे, इवें कह के सार सूर लेंदे साडे वर्गे। ते वो मंगू मठ गुरुद्वारा साहब पहलां भी वो छोटा जिहा ही सी, इन्ना वड्डा ते है नहीं। वो छोटे नूं भी ढाह के सरकारां दी बदनीति करके ते उत्थे दुकानां बनाउण नूं फिरदे आ। इस थां ते सतगुरु जी ने कौतक कीता सी ते आरती उचारण कीती सी। वो मंदिर बहुत वड्डा, उत्थे अज भी आरती हो रही है। इवें जिहड़ा साध संगत जी जिहड़े धर्म दे लोग अपने आप च बनदे कट्टड़वादी लोग आ, वो चाहुंदे भी साडा ही धर्म रह जाए, पर ये तो भुल है। जो परमेश्वर ने बना दिता भी जिन्ने धर्म रहने उन्ने रहने, जे उन्होंने भाया तो उन्हें 20 कर देने, जे उन्होंने भाया तो उन्हें एक भी नहीं रहन देना है। इवें जे किस बंदे का कीता कुछ नहीं हुंदा। ये जिसका किया, जिस परमेश्वर का कीता होया होना उहदा कीता ही होना है, तो वो मालक ने करना सब कुछ। तो ये जिहड़े लोग चाहुंदे भी इवें ढाह ढू के गुरुद्वारे साहब दे पता नहीं साडी जय जयकार हो जानी, वो जयकार तो होनी नहीं है। ढैंदी कला हो जानी, चढ़दी कला कोई नहीं होनी। गुरु के स्थान ते चलो समय समय नाल बन गई। होर भी ज्ञान गोदड़ी हरिद्वार दे विच गुरु साहब के स्थान सन, वो भी इन्हां लोकां बुचड़ा ने ढाह ढूई मारे हन। बहरो गवने होत सवेरा। फिर जदों सवेर होई है सतगुरु जी उत्थों चले हैं। ये भी उत्थे ही अपना उड़ीसा विच ही स्थान है सतगुरु जी का। बौली साहब जो है जिथे साधु उदासी साधु सेवा करते सन। कितक दूर के सागर तीरा। कुछ क दूर समुंदर के किनारे ते सतगुरु जी चले गए, जिथे बौली साहब गुरुद्वारा साहब सुभाएमान है, भी छोटा जिहा ही है। हाथ तुरंग को उशरत नीरा। समुंदर विच जिहड़ियां जल दियां लहरां बहुत उच्चियां उच्चियां उछल रही सन रफ करके। कौन तट बैठे कृपा निधाना। कृपा दे समुंदर सतगुरु जी वो सोहना रमणीक जा स्थान दे के बैठे है। गावन लगा शब्द मरदाना। जदों बैठे है ते भाई मरदाना जी तुरकी बाणी का शब्द गाउन लगा है। ऊंची सुरसा और हर खायो। हृदय विच बहुत खुश हो के मौज विच आके उच्ची सुर नाल गाउन लगा भाई मरदाना। अधिक मनोजर बाब वजायो। बहुत जिहड़ा मनोज कहिए सुंदर बाब वजाया है, मनोहर मन नूं चुरा लैण वाला। इसे तरह इत्थे मनोग पाठ भी है। मनोग का अर्थ भी हुंदा है मनोहर जां सुंदर। बहुत सुंदर रबाब वजाया, हृदय विच खुश हो के उच्ची सुर नाल। दोहरा एक मृतक मानव परा। उत्थे समुंदर दे किनारे एक मरिया होया मनुख पिया होया सी। ब्रेक खान तिह आए। मरे होए नूं वेख के जिहड़ा भुखा बघियाड़ है उस नूं खाण आया। अधिक शुदा जिह को लगी। जिस बघियाड़ नूं बहुत ज़्यादा ही भुख लगी हुई सी। चूमियो मस्तक जाए। ओ मरे होए मनुख नूं बघियाड़ ने जाके चुंबिया, उहदा मत्था आ सुंघना जा कीता। चौपई नह खायो हट कर सो गयो। पर ਉਹ ਕੀ ਹੋਇਆ कि ਜਿਹੜਾ बघियाड़ है ਤੇ उसने ਉਹ मरे होए पुरुष ਨੂੰ ਖਾਦਾ ही नहीं है ਤੇ ਮੁੜ ਕਰਕੇ ਵਾਪਸ ਹੀ ਚਲਾ ਗਿਆ। दूर जाए पुन आवत भयो। ਪਹਿਲਾਂ ਦੂਰ ਚਲਾ ਗਿਆ ਭੁੱਖਾ ਭਾਣਾ, फिर जिहड़ा वापस आया। पग कर और सूंगा तिह सारा। उसने वो मरे होए जिहड़े मनुख दे पहला पैर सूंघे है, फिर हथ सूंघे है, फिर हृदा आ छाती जी सूंघी, भाव सारा शरीर ही सूंघिया है। बिन खाएगा बन है मजारा। पर बिना खाधे वो बेचारा भुखा बघियाड़
ਜੰਗਲ ਵਿੱਚ ਐਵੇਂ ਭੁੱਖਾ ਭਾਣਾ ਹੀ ਵਾਪਸ ਚਲਾ ਗਿਆ। ਸ੍ਰੀ ਪ੍ਰਭ ਸੋ ਬੂਝਤ ਮਰਦਾਨਾ। ਇੱਧਰ ਭਾਈ ਮਰਦਾਨਾ ਇਹ ਬਘਿਆੜ ਨੂੰ ਆਉਂਦਿਆਂ ਜਾਂਦਿਆਂ ਵੇਖ ਰਿਹਾ ਸੀ, ਬਾਰ-ਬਾਰ ਵੀ ਕਰਦਾ ਕੀ ਹੈ, ਜਿਸ ਕਰਕੇ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ, ਪੁੱਛਣ ਲੱਗੇ, ਮਿਰਤਕ ਕੋ ਬ੍ਰਿਕ ਕੀਨਾ ਨਾ ਖਾਨਾ। ਮਹਾਰਾਜ ਆ ਜਿਹੜਾ ਮੁਰਦਾ ਪਿਆ ਹੋਇਆ ਹੈ, ਇਹ ਬਘਿਆੜ ਬਾਰ-ਬਾਰ ਆਇਆ ਸੀ ਪਰ ਉਹਨੇ ਖਾਣਾ ਕਿਉਂ ਨਹੀਂ ਕੀਤਾ ਇਸ ਮੁਰਦੇ ਨੂੰ? ਸੂੰਗ ਹਟਿਓ ਕਿਉਂ ਕਹੀਏ ਸੁਆਮੀ। ਕਿਉਂ ਜਿਹੜਾ ਆ ਕੇ ਸੁੰਘ ਸੰਘ ਕੇ ਸਾਰੇ ਅੰਗ ਪੈਰ ਤੇ ਮੁੜਿਆ ਹੈ ਬਘਿਆੜ? ਮਹਾਰਾਜ ਸੁਆਮੀ ਜੀ ਉਹ ਸਾਰੀ ਗੱਲਬਾਤ ਕਹੀਏ। ਘਟ ਘਟ ਕੇ ਤੁਮ ਅੰਤਰ ਜਾਮੀ। ਕਿਉਂਕਿ ਤੁਸੀਂ ਸਾਰਿਆਂ ਦੇ ਘਟਾਂ ਦੇ ਜਾਣਨ ਵਾਲੇ, ਅੰਤਰਜਾਮੀ ਹੋ, ਦਿਲਾਂ ਦੀ ਜਾਣਨ ਵਾਲੇ, ਭਾਵ ਕਿ ਤੁਸੀਂ ਇਹ ਬਘਿਆੜ ਦੇ ਦਿਲ ਦੀ ਵੀ ਜਾਣਨ ਵਾਲੇ ਹੋ ਵੀ ਉਹ ਕਿਉਂ ਜਿਹੜਾ ਭੁੱਖਾ ਭਾਣਾ ਮੁੜ ਗਿਆ ਹੈ। ਸੁਨ ਮਰਦਾਨੇ ਸ਼ਬਦ ਜੋ ਗਾਇਓ। ਗੁਰੂ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆ ਸੁਣ, ਜੋ ਤੂੰ ਆ ਧੁਰਕੀ ਬਾਣੀ ਦਾ ਪਵਿੱਤਰ ਸ਼ਬਦ ਗਾਇਆ ਹੈ, ਜਾਂ ਤੇ ਹਿਰਦਾ ਸੁਧ ਹੋਇ ਆਇਓ। ਇਹ ਸ਼ਬਦ ਨੂੰ ਜਿਹੜਾ ਬਘਿਆੜ ਨੇ ਸੁਣ ਲਿਆ ਕੰਨਾਂ ਵਿੱਚ, ਜਿਸ ਕਰਕੇ ਉਹਦਾ ਜਿਹੜਾ ਹਿਰਦਾ ਉਹ ਸ਼ੁੱਧ ਹੋ ਆਇਆ ਹੈ। ਪਾਪ ਪੁੰਨ ਕੋ ਭਇਓ ਵਿਚਾਰਾ। ਤੇ ਪਾਪ ਜਿਸ ਕਰਕੇ ਉਸ ਨੂੰ ਵੀ ਪਾਪ ਕੀ ਹੈ, ਪੁੰਨ ਕੀ ਹੈ, ਇਹਦੀ ਵਿਚਾਰ ਹੋ ਆਈ ਹੈ। ਭਖ ਅਪਖ ਹੈ ਲਖਿਓ ਆਹਾਰਾ। ਵੀ ਖਾਣ ਦੇ ਯੋਗ ਕਿਹੜਾ ਹੈ ਭੋਜਨ, ਨਾ ਖਾਣ ਦੇ ਯੋਗ ਕਿਹੜਾ ਭੋਜਨ ਹੈ, ਇਹ ਉਸਨੇ ਵਿਚਾਰ ਲਿਆ, ਜਾਣ ਲਿਆ ਹੈ। ਦੋਹਰਾ ਮਿਰਤਕ ਬੇਮੁਖ ਨਾਮ ਤੇ। ਇਹ ਜਿਹੜਾ ਮਿਰਤਕ ਹੈ ਨਾ, ਮਰਿਆ ਹੋਇਆ ਮੁਰਦਾ ਮਨੁੱਖ, ਮਰਦਾਨਾ, ਇਹ ਨਾਮ ਤੋਂ ਬੇਮੁਖ ਹੋਇਆ, ਨਾਮ ਦੇ ਕਦੀ ਨੇੜੇ ਵੀ ਨਹੀਂ ਗਿਆ। ਨਹ ਕੀਨੋ ਸਤ ਸੰਗ। ਨਾ ਹੀ ਇਸਨੇ ਕਦੀ ਪਰਮੇਸ਼ਰ ਦੀ ਸਤ ਸੰਗੀ ਕੀਤੀ ਹੈ। ਆਂਖ ਨਾ ਦਰਸਿਓ ਸੰਤ ਕਬ। ਕਦੇ ਵੀ ਅੱਖਾਂ ਨਾਲ ਕਿਸੇ ਸੰਤ ਮਹਾਂਪੁਰਸ਼ ਦਾ ਦਰਸ਼ਨ ਵੀ ਨਹੀਂ ਕੀਤਾ ਇਸਨੇ। ਹਿਰਦੈ ਨਾ ਹਰਿ ਕੋ ਰੰਗ। ਤੇ ਹਿਰਦੇ ਵਿੱਚ ਵੀ ਜਿਹੜਾ ਹਰੀ ਪਰਮੇਸ਼ਰ ਦਾ ਪ੍ਰੇਮ ਨਹੀਂ ਧਾਰਨ ਕੀਤਾ, ਹਰੀ ਦੇ ਨਾਮ ਦਾ ਰੰਗ ਨਹੀਂ ਲੱਗਾ ਇਸ ਨੂੰ। ਚੌਪਈ ਹਸਤਨ ਸੋ ਕਬ ਟਹਿਲ ਨਾ ਕੀਨੀ। ਫਿਰ ਜਿਹੜੇ ਹੱਥ ਮਿਲੇ ਆ, ਹੱਥਾਂ ਨਾਲ ਕਦੀ ਵੀ ਕਿਸੇ ਸੰਤ ਮਹਾਤਮਾ ਗੁਰੂ ਪੀਰ ਦੀ ਇਸਨੇ ਸੇਵਾ ਨਹੀਂ ਕੀਤੀ। ਹਰ ਜਸ ਧੁਨ ਸ਼ਰਵਣਨ ਨਹਿ ਦੀਨੀ। ਤੇ ਕੰਨਾਂ ਵਿੱਚ ਜਿਹੜੀ ਪਰਮੇਸ਼ਰ ਦੇ ਜਸ ਦੀ ਧੁਨੀ ਆਵਾਜ਼ ਹੈ ਉਹ ਵੀ ਨਹੀਂ ਦਿੱਤੀ ਹੈ, ਕੋਈ ਸ਼ਬਦ ਨਹੀਂ ਸੁਣਿਆ ਹੈ, ਕਦੀ ਕੰਨਾਂ ਵਿੱਚ ਕੋਈ ਕਥਾ ਨਹੀਂ ਸੁਣੀ, ਕਦੀ ਕੀਰਤਨ ਨਹੀਂ ਸੁਣਿਆ, ਹਰੀ ਦਾ ਜਸ ਨਹੀਂ ਸੁਣਿਆ ਇਹਨੇ, ਕੰਨਾਂ ਵਿੱਚ ਕੰਨ ਕਦੀ ਦਿੱਤੇ ਨਹੀਂ ਉਧਰ। ਜਾਣੇ ਸਭ ਅੰਗ ਅਪਵਿੱਤ। ਇਹ ਜਿਹੜਾ ਬਘਿਆੜ ਹੈ ਇਹਦਾ ਹਿਰਦਾ ਸ਼ੁੱਧ ਹੋ ਗਿਆ ਸ਼ਬਦ ਸੁਣ ਕੇ, ਜਿਸ ਕਰਕੇ ਉਹਨੇ ਜਾਣਿਆ ਵੀ ਇਹ ਮੁਰਦੇ ਦੇ ਤੇ ਸਾਰੇ ਅੰਗ ਹੀ ਅਪਵਿੱਤਰ ਹੈ, ਉਹਦੇ ਸਾਰੇ ਅੰਗ ਹੀ ਵਿਅਰਥ ਹਨ, ਸੇਵਾ ਇਹਨੇ ਕੋਈ ਕਮਾਈ ਨਹੀਂ ਹੈ। ਇਸ ਖਾਵਨ ਤੇ ਹੋਏ ਅਦੋਗਤ। ਕਹਿੰਦੇ ਜੇ ਮੈਂ ਖਾ ਲਵਾਂ ਤੇ ਇਸ ਨੂੰ ਖਾਣ ਕਰਕੇ ਤੇ ਮੇਰੀ ਕਦੇ ਅਦੋਗਤੀ ਨਾ ਹੋ ਜਾਏ, ਐਵੇਂ ਪਤਾ ਨਹੀਂ ਕਿਹੜੇ ਖੂਹ ਖਾਤੇ ਡਿੱਗਾਂਗਾ, ਕਿਹੜੀ ਮਾੜੀ ਜੂਨ ਚ ਪੈ ਜਾਵਾਂਗਾ ਇਸ ਨੂੰ ਖਾਣ ਨਾਲ। ਜਾਂ ਤੇ ਤਜਿਓ ਸੁਨੋ ਮਰਦਾਨਾ। ਇਸੇ ਕਰਕੇ ਮਰਦਾਨਿਆ ਇਸ ਨੂੰ ਛੱਡ ਦਿੱਤਾ ਮੁਰਦੇ ਨੂੰ ਬਘਿਆੜ ਨੇ, ਤੇ ਤੂੰ ਅੱਗੇ ਵੀ ਸੁਣ ਲਾ। ਬਿਨਾ ਨਾਮ ਕਬ ਨਹਿ ਕਲਿਆਣਾ। ਵਾਹਿਗੁਰੂ ਦਾ ਜਿਹੜਾ ਸਤ ਨਾਮ ਹੈ ਨਾ, ਉਸ ਸੱਚੇ ਨਾਮ ਤੋਂ ਬਿਨਾ ਕਦੀ ਕਲਿਆਣ ਨਹੀਂ ਹੋ ਸਕਦੀ ਜੀਵ ਦੀ। ਨਿਹਫਲ ਨਰ ਸਰੀਰ ਹੈ ਸੋਈ। ਉਹ ਸਰੀਰ ਤੇ ਮਨੁੱਖ ਦਾ, ਪੁਰਸ਼ ਦਾ ਬਿਲਕੁਲ ਨਿਸਫਲ ਹੀ ਹੈ, ਜਿਹਨੇ ਕਦੀ ਨਾਮ ਹੀ ਨਹੀਂ ਜਪਿਆ। ਜਿਨ ਕਬਹੁ ਸਤ ਸੰਗ ਨਾ ਜੋਈ। ਜਿਸ ਪੁਰਸ਼ ਨੇ ਸਰੀਰ ਨੂੰ ਲੈ ਕੇ ਤੇ ਨੇਤਰਾਂ ਨਾਲ ਗੁਰੂ ਦੀ ਸੰਗਤ ਨੂੰ ਜੋਈ ਕਹੀਏ, ਤੱਕਿਆ ਹੀ ਨਹੀਂ, ਦੇਖਿਆ ਹੀ ਨਹੀਂ, ਕਦੇ ਗਿਆ ਹੀ ਨਹੀਂ ਹੈ, ਉਹ ਸਰੀਰ ਮਨੁੱਖ ਦਾ, ਉਸ ਪੁਰਸ਼ ਦਾ ਨਿਸਫਲ ਵਿਅਰਥ ਹੀ ਚਲਾ ਜਾਂਦਾ ਹੈ ਮਨੁੱਖਾ ਜਨਮ। ਨਾਮ ਜਪਨ ਨਰ ਜਗ ਮੈਂ ਆਇਓ। ਕਿਉਂਕਿ ਅਸਲ ਵਿੱਚ ਤੇ ਗੱਲ ਇਹ ਸੀ ਵੀ ਇਹ ਜਿਹੜਾ ਪੁਰਸ਼ ਹੈ ਉਹ ਤੇ ਨਾਮ ਜਪਣ ਵਾਸਤੇ ਸੰਸਾਰ ਵਿੱਚ ਆਇਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਇਹ ਕਿੰਨਾ ਵੱਡਾ ਸਿਧਾਂਤ ਹੈ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਰੋਜ਼ ਹੀ ਰਹਿ ਰਾਸ ਵਿੱਚ ਆਉਂਦਾ ਹੈ। ਨਾ ਹੀ ਕਦੀ ਸੁਣਿਆ ਹੈ ਨਾ ਕਦੀ ਗੌਰ ਕੀਤਾ ਹੈ। ਜੇ ਸੁਣ ਵੀ ਲੈਂਦੇ ਸੁਣਿਆ ਜ਼ਰੂਰ, ਕਦੀ ਧਾਰਿਆ ਹੀ ਨਹੀਂ ਹੈ, ਕਦੀ ਮਨ 'ਚ ਆਈ ਨਹੀਂ ਵੀ ਸੱਚਮੁੱਚ ਹੀ ਗੱਲ ਗੁਰੂ ਦੀ ਸੱਚੀ ਹੈ ਵੀ ਸੰਸਾਰ ਸਮੁੰਦਰ 'ਤੇ ਆਏ ਕਿਹੜੇ ਕੰਮ ਹੈ। ਕਹਿੰਦੇ ਨਹੀਂ ਨਹੀਂ ਖਾਣ ਪੀਣ ਆਏ ਆ, ਆਹ ਜਗ ਮਿੱਠਾ ਗਲਾ ਕਹਿ ਡਿੱਠਾ, ਅੱਗੇ ਕਿਹਨੇ ਵੇਖਿਆ? ਨਹੀਂ ਵੀ ਸ਼ਾਸਤਰ ਕਹਿੰਦੇ ਹੈ, ਪੁਰਾਣ ਕਹਿੰਦੇ ਹੈ, ਵੇਦ ਕਹਿੰਦੇ ਹੈ, ਤੂੰ ਮੰਨ ਲਾ ਅੱਗੇ ਔਖਾ ਹੋਏਗਾ। ਨਹੀਂ ਨਹੀਂ ਜੀ ਅੱਗੇ ਕਿਹਨੇ ਵੇਖਿਆ? ਆ ਗੁਰੂ ਮਹਾਰਾਜ ਕਹਿ ਰਹੇ, ਗੁਰੂ ਗ੍ਰੰਥ ਸਾਹਿਬ ਜੀ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਕਿ ਕੀ ਤੂੰ ਮੁਖ ਲੈ ਕੇ ਜਾਏਗਾ? ਕਹੋ ਕਬੀਰ ਸੁਨਹੁਰੇ ਸੰਤੋ ਸਾਧ ਸੰਗਤ ਤਰ ਜਾਏਗਾ। ਤੂੰ ਸਾਧ ਸੰਗਤ ਕਰ ਲਾ ਫਿਰ ਤਰ ਜਾਏਗਾ। ਰਾਮ ਸਿਮਰ ਪਛਤਾਹੇਗਾ ਮਨ, हे ਮਨਾ ਤੂੰ ਪਰਮੇਸ਼ਰ ਦਾ ਨਾਮ ਸਿਮਰ ਲਾ ਨਹੀਂ ਤੇ ਪਛਤਾਏਗਾ। ਆ ਪਾਪੀ ਜੀ ਜਿਹੜਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਜਿਹੜਾ ਤੇਰਾ ਜੀ ਪਾਪੀ ਲੋਭ ਕਰਦਾ ਨਾ, ਲਾਲਚ ਵੀ ਖਾ ਲਾਂ ਰੱਜ ਲਾਂ ਡਫ ਲਾਂ ਮਰ ਜਾ, ਆਹ ਕਰ ਲਾਂ ਜੇ ਕਰ ਲਾਂ, ਤੂੰ ਅੱਜ ਕੱਲ੍ਹ ਉੱਠ ਕੇ ਚਲਾ ਜਾਏਗਾ, ਬਾਅਦ ਵਿੱਚ ਵੇਲਾ ਹੱਥ ਨਹੀਂ ਆਉਣਾ ਤੇਰੇ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹੋ ਤੇਰਾ ਸਮਾਂ ਹੀ ਪਰਮੇਸ਼ਰ ਨੂੰ ਮਿਲਦਾ ਜਿਹੜਾ ਤੂੰ ਗਵਾਈ ਜਾ ਰਿਹਾ ਹੈ। ਅਤੇ ਅਸੀਂ ਤਾਂ ਤੈਨੂੰ ਕਹਿੰਦੇ ਹਾਂ ਵੀ ਸਾਧ ਸੰਗਤ ਮਿਲ, ਕਿ ਸਾਧ ਸੰਗਤ ਨੂੰ ਮਿਲ ਜਾ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮੇਸ਼ਰ ਦਾ ਨਾਮ ਹੀ ਸਿਮਰ ਹੈ, ਤੇਰੇ ਕੰਮ ਆਉਣਾ, ਹੋਰ ਕੁਝ ਕੰਮ ਨਹੀਂ ਤੇਰੇ ਆਉਣਾ। ਤੂੰ ਜਿੰਨਾ ਮਰਜ਼ੀ ਕਹੀ ਜਾ, ਨਹੀਂ ਜੀ ਮੈਂ ਬੜਾ ਕੀਤਾ ਸੀ, ਘਰ ਦਾ ਮੈਂ ਕਰਦਾ ਰਿਹਾ ਹਾਂ, ਆ ਮੇਰੇ ਜਿੰਨੀ ਕਮਾਈ ਕਿਹਨੇ ਕਰ ਲੈਣੀ ਹੈ। ਅਤੇ ਮਹਾਰਾਜ ਕਹਿੰਦੇ ਆ ਹੱਥ ਮਰੋੜੇ ਤਨ ਕਪੇ ਸਿਆਹੋ ਹੋਆ ਸੇਤ। ਹੱਥ ਜਿਹੜੇ ਆ ਮਰੋੜੇ ਜਾਣੇ ਆ ਅਤੇ ਤਨ ਜਿਹੜਾ ਕੰਬਣਾ ਹੈ। ਫਿਰ ਤੂੰ ਬੁੱਢੇ ਬਾਰੇ ਰੋਣਾ ਹੈ, ਕਹਿਣਾ ਵੇਖੋ ਮੇਰੇ ਤਾਂ ਹੱਥ ਟੇਢੇ ਹੋ ਗਏ ਆ, ਬੜੀ ਕਮਾਈ ਕੀਤੀ ਸੀ ਅਤੇ ਮੇਰਾ ਤਾਂ ਹੁਣ ਲਾਲੀ ਵੀ ਜਾਂਦੀ ਰਹੀ ਆ। ਜਵਾਨੀ ਵੇਲੇ ਦਹੀਂ ਖਾਂਦੇ ਰਹੇ ਆ, ਮੱਖਣੀਆਂ ਖਾਂਦੇ ਰਹੇ ਆ, ਹੁਣ ਤਾਂ ਕੋਈ ਪੁੱਛਦਾ ਨਹੀਂ ਜੀ। ਆ ਜਿਨ੍ਹਾਂ ਵਾਸਤੇ ਕੀਤਾ ਉਹੀਓ ਆ ਚਾਹ ਜੀ ਦੇ ਦਿੰਦੇ ਆ। ਇਵੇਂ ਸਾਧ ਸੰਗਤ ਜੀ ਬਾਅਦ ਵਿੱਚ ਪਛਤਾਇਆ ਕੁਝ ਨਹੀਂ ਹੁੰਦਾ। ਰਾਮ ਸਿਮਰ ਪਛਤਾਹੇਗਾ ਮਨ, ਤੂੰ ਮਨਾ ਪਰਮੇਸ਼ਰ ਦਾ ਨਾਮ ਸਿਮਰ ਲਾ, ਬਾਅਦ ਵਿੱਚ ਪਛਤਾਏਗਾ। ਫਿਰ ਪਛਤਾਏ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ, ਜਦੋਂ ਚਿੜੀਆਂ ਖੇਤ ਹੀ ਚੁਗ ਗਈਆਂ ਫਿਰ ਪਛਤਾਉਣਾ ਕੀ ਕਰੇਗਾ, ਜਦੋਂ ਬੀਜ ਹੀ ਕੋਈ ਨਾ ਰਹਿ ਗਿਆ ਫਿਰ ਕੀ ਉੱਥੇ ਹੋਣਾ ਹੈ। ਇਸ ਕਰਕੇ ਮਨੁੱਖਾ ਜਨਮ ਮਿਲਿਆ, ਜਿਹਾ ਬੀਜੇ ਸੋ ਲੈਣਾ ਕਰਮਾਂ ਸੰਦੜਾ ਖੇਤ। ਜਿਹੋ ਜਿਹਾ ਸਰੀਰ ਰੂਪੀ ਧਰਤੀ 'ਚ ਤੂੰ ਕਰਮਾਂ ਰੂਪੀ ਬੀਜ ਬੀਜੇਗਾ, ਉਹੋ ਜਿਹਾ ਹੀ ਤੂੰ ਕੱਟ ਲਏਗਾ। ਉਹੋ ਜਿਹੀ ਖੇਤੀ ਜਿਹੜੀ ਸ਼ੁਭ ਗੁਣਾਂ ਦੀ ਖੇਤੀ ਬੀਜੇਗਾ ਅਤੇ ਉਹ ਧਾਰਨ ਕਰਕੇ ਚੰਗਾ ਹੋ ਜਾਏਗਾ, ਭਲਾ ਹੋ ਜਾਊਗਾ। ਜੇ ਮੰਦ ਕਰਮ ਕਰੀ ਜਾਏਗਾ, ਗੁਰੂ ਪੀਰ ਦਾ ਮਾਂ ਪਿਓ ਇਸ ਤਰ੍ਹਾਂ ਤੂੰ ਨਹੀਂ ਮੰਨੇਗਾ, ਫਿਰ ਔਖਾ ਹੋਏਗਾ ਇੱਕ ਦਿਨ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬ ਕਹਿ ਰਹੇ ਹੈ ਵੀ ਮਰਦਾਨਿਆ ਅਸਲ ਵਿੱਚ ਜਿਹੜਾ ਮਨੁੱਖ ਹੈ ਨਾ, ਉਹ ਨਾਮ ਜਪਣ ਵਾਸਤੇ ਇੱਥੇ ਆਇਆ ਹੈ। ਉਹ ਗੱਲ ਵੱਖਰੀ ਹੈ ਵੀ ਕਹਿੰਦਾ ਵੀ ਮੈਂ ਬੜਾ ਕੰਮ ਕਰਦਾ ਹਾਂ, ਭੁੱਲਿਓ ਤਾਹੇ ਵਿਸ਼ਾ ਲਪਟਾਇਓ। ਉਹ ਸੱਚੇ ਸੁੱਚੇ ਨਾਮ ਨੂੰ ਤੇ ਭੁੱਲ ਗਿਆ, ਵਿਸ਼ਿਆਂ ਵਿੱਚ ਲੱਗ ਗਿਆ, ਬਣ ਠਣ ਕੇ ਵਿਖਾਉਂਦਾ ਲੋਕਾਂ ਨੂੰ। ਸੁਣ ਕੈ ਨਮੋ ਕੀਨ ਮਰਦਾਨੇ, ਸੁਣ ਕੇ ਭਾਈ ਮਰਦਾਨਾ ਜੀ ਨਮਸਕਾਰ ਕੀਤੀ, ਕਹਿਣ ਲੱਗਾ ਮਹਾਰਾਜ ਧੰਨ ਪ੍ਰਭੂ ਸੱਚ ਕਰਤ ਬਖਾਨੇ। ਐ ਸਿਰ ਜਾ ਧੁਨਿਆ ਇੱਧਰ ਉੱਧਰ ਲਾਇਆ, ਕਹਿੰਦਾ ਮਹਾਰਾਜ ਤੁਸੀਂ ਤੇ ਧੰਨ ਹੋ ਜੀ, ਤੁਸੀਂ ਤੇ ਧੰਨ ਹੋ। ਜੋ ਕਹਿੰਦੇ ਨਾ ਮਹਾਰਾਜ ਤੁਸੀਂ ਬਿਲਕੁਲ ਸੱਚ ਹੀ ਕਹਿੰਦੇ ਹੋ ਜੀ। ਅਪਰ ਥਾਨ ਪਨ ਕੀਨ ਪਿਆਨਾ, ਫਿਰ ਇੱਥੋਂ ਹੋਰ ਥਾਂ 'ਤੇ ਜਿਹੜਾ ਚੱਲਣਾ ਕੀਤਾ, ਅਸਲ ਰੂਪ ਵਿੱਚ ਉਹ ਵੀ ਇੱਥੇ ਨੇੜੇ ਤੇੜੇ ਦੀ ਸਾਖੀ ਹੈ। ਆਵਾ ਕਾਨਨ ਅਧਿਕ ਭਿਆਨਾ, ਇਹ ਇੱਥੇ ਉੜੀਸਾ ਵਿੱਚ ਹੀ ਸਾਰੀ ਘਟਨਾ ਵਾਪਰੀ ਹੈ। ਇਹ ਵੀ ਸਾਖੀ ਉੱਥੋਂ ਦੀ ਸਮਝਣੀ। ਉਹ ਕੀ ਹੋਇਆ ਵੀ ਬਹੁਤ ਭਿਆਨਕ ਜਿਹੜਾ ਜੰਗਲ ਆ ਗਿਆ, ਤਹਾਂ ਜਾਏ ਬੈਠੇ ਗੁਣ ਖਾਨੀ। ਗੁਣਾਂ ਦੀ ਖਾਣ ਸਤਿਗੁਰ ਜੀ, ਉਹ ਭਿਆਨਕ ਜਿਹੜਾ ਵੇਖਣ 'ਚ ਬੜਾ ਲੱਗਦਾ ਸੀ ਡਰਾਉਣਾ ਜੰਗਲ, ਉਹਦੇ ਵਿੱਚ ਜਾ ਬੈਠੇ। ਜਿਉ ਹੋਈ ਤਿਉ ਸੁਨੋ ਕਹਾਣੀ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਸਾਹਿਬ ਜੀ, ਜਿਵੇਂ ਉਹ ਜੰਗਲ ਵਿੱਚ ਹੋਈ ਉਹ ਸਾਰੀ ਕਥਾ ਸੁਣੋ ਸਤਿਗੁਰੂ ਜੀ ਦੀ। ਤਿਹ ਸ਼ਨ ਉੱਠੀ ਵਿਸਾਲ ਅੰਧੇਰੀ, ਕਹਿੰਦੇ ਅਜੇ ਜਾ ਕੇ ਬੈਠੇ ਆ, ਉਹ ਸਮੇਂ
ਬੜੀ ਜਿਹੜੀ ਤਕੜੀ ਹਨੇਰੀ ਉੱਠੀ ਆਈ। ਭੈਦਾਇਕ ਆਰਨ ਰੰਗ ਗੇਰੀ। ਬਹੁਤ ਹੀ ਭੈ ਦੇਣ ਵਾਲੀ ਹਨੇਰੀ, ਜਿਵੇਂ ਗੇਰੂ ਦਾ ਰੰਗ ਲਾਲ ਹੁੰਦਾ, ਲਾਲ ਰੰਗ ਹੀ ਚੜ ਗਿਆ ਸਭ ਪਾਸੇ। ਅਧਿਕ ਪਰਭੰਜਨ ਜੋਰ ਲਗਾਵਾ। ਜਿਹੜੀ ਹਵਾ ਹੈ ਉਹਨੇ ਵੀ ਬਹੁਤਾ ਹੀ ਜ਼ੋਰ ਲਾਇਆ ਹੈ। ਕੰਕਰ ਧੂਰ ਉੱਡੀ ਨਭ ਛਾਵਾ। ਆ ਕੰਕਰ ਜੇ ਉੱਡੇ ਐ, ਧੂੜ ਉੱਡੀ ਐ ਆਕਾਸ਼ ਵਿੱਚ, ਤੇ ਮਿੱਟੀ ਘੱਟਾ ਹੀ ਛਾ ਗਿਆ, ਲਾਲੋ ਲਾਲ ਹੀ ਆਕਾਸ਼ ਜਾ ਹੋ ਗਿਆ ਹਨੇਰੀ ਨਾਲ। ਦੋਹਰਾ ਬਿਰਖ ਚੱਲੇ ਜਿਹ ਸੰਗੋਡ। ਜਿਸ ਹਵਾ ਹਨੇਰੀ ਦੇ ਨਾਲ ਜਿਹੜੇ ਬ੍ਰਿਸ਼ ਆ ਉਹਦੇ ਸਾਰੇ ਹੀ ਉੱਡੀ ਚੱਲੇ ਐ। ਹੋਇਓ ਤਿਮਰ ਗੁਬਾਰ। ਐਸੀ ਹਨੇਰੀ ਵਗੀ, ਬੜਾ ਘੁੱਪ ਹਨੇਰਾ ਹੀ ਹੋ ਗਿਆ ਉੱਥੇ। ਹਾਥ ਪਸਾਰ ਨਾ ਸੂਝਾਈ। ਗੁਰੂ ਸਾਹਿਬ ਜੀ ਕੀ ਦਸੀਏ ਵੀ ਜਿਹੜਾ ਹੱਥ ਫੈਲਾਉਂਦੇ ਸਾਂ ਵੀ ਆਪਣਾ ਹੱਥ ਵੇਖ ਲਈਏ, ਹੱਥ ਦੀ ਵੀ ਨਹੀਂ ਸੁੱਝਦੀ, ਹੱਥ ਵੀ ਨਹੀਂ ਸੀ ਦਿਖਦਾ। ਦੁੱਖ ਬਹੁ ਦੇਵਨਹਾਰ। ਬਹੁਤ ਹੀ ਦੁੱਖ ਨੂੰ ਦੇਣ ਵਾਲੀ ਸੀ ਉਹ ਹਨੇਰੀ। ਚੌਪਈ ਜਬ ਮਰਦਾਨੇ ਤਿਹ ਦਿਸ਼ ਦੇਖਾ। ਜਦੋਂ ਭਾਈ ਮਰਦਾਨੇ ਨੇ ਉਹ ਐਸਾ ਘੁੱਪ ਹਨੇਰ ਆਉਂਦਾ ਦੇਖਿਆ, ਹਿਰਦੈ ਮਦ ਭੈ ਕੀਨ ਵਿਸੇਖਾ। ਹਿਰਦੇ ਦੇ ਵਿੱਚ ਤੇ ਬਹੁਤ ਤਕੜਾ ਹੀ ਜਿਹੜਾ ਭੈ ਜਿਹਾ ਕੀਤਾ ਹੈ। ਆਨਨ ਪਰ ਅੰਬਰ ਕੋ ਪਾਇਓ। ਤੇ ਵੀ ਆ ਹਨੇਰੀ ਬੜੀ ਆ ਰਹੀ ਹੈ, ਕੰਕਰਾਂ ਮਿੱਟੀ ਕੱਡਾ ਉੱਡ ਰਿਹਾ, ਡਰਦਿਆਂ ਹੋਇਆਂ ਮੁੱਖ ਉੱਪਰ ਕੱਪੜਾ ਜਿਹਾ ਪਾ ਲਿਆ ਹੈ। ਪੌੜਿਓ ਭੂਮ ਬਿਖਾ ਅਕਲਾਇਓ। ਹਿਰਦੇ ਵਿੱਚ ਵਿਆਕਲ ਜਾ ਹੋ ਕੇ ਧਰਤੀ ਤੇ ਲੇਟ ਰਿਹਾ ਭਾਈ ਮਰਦਾਨਾ ਕਿ ਰੁੱਖ ਉੱਡ ਰਹੇ, ਕਿਤੇ ਮੈਂ ਨਾ ਉੱਡ ਜਾਵਾਂ। ਸ੍ਰੀ ਨਾਨਕ ਸੋ ਬਚਨ ਉਚਾਰੇ। ਉਸ ਵੇਲੇ ਲੰਮੇ ਲੰਮੇ ਪਿਆ ਕਿਹਾ ਗੁਰੂ ਨਾਨਕ ਸਾਹਿਬ ਜੀ ਨੂੰ ਬਚਨ ਕਹੇ। ਬੜੋ ਧਿਆਨ ਆਹਨਕ ਮਾਰੇ। ਮਹਾਰਾਜ ਕਿੱਥੇ ਸ਼ਹਿਰਾਂ ਵਿੱਚ ਰਹਿੰਦੇ ਸੀ, ਚੰਗੇ ਲੋਕ ਵਸਦੇ ਸੀ, ਆ ਤੁਸੀਂ ਦੇ ਬੜੇ ਤਗੜੇ ਜੰਗਲ ਵਿੱਚ ਲਿਆ ਕੇ ਮਾਰਿਆ ਹੈ। ਗੋਰ ਕਫਨ ਤੇ ਪੀ ਹੋ ਰਹਾ। ਮੈਨੂੰ ਤੇ ਆ ਦੇਖ ਰਿਹਾ ਵੀ ਜੇ ਕਿਤੇ ਇੱਥੇ ਮਰ ਮੁਰ ਗਿਆ, ਨਾ ਤੇ ਕਿਸੇ ਨੇ ਕਫਨ ਪਾਉਣਾ ਹੈ, ਨਾ ਕਿਸੇ ਨੇ ਕਬਰ ਪੁੱਟ ਕੇ ਮੈਨੂੰ ਆ ਦਫਨਾਉਣਾ ਹੀ ਹੈ। ਮੜੀ ਕਫਨ ਤੋਂ ਵੀ ਰਹਿ ਹੀ ਜਾਣਾ ਲੱਗਦਾ। ਇਹਾਂ ਆਨ ਬਹੁਤ ਦੁੱਖ ਲਹਾ। ਇੱਥੇ ਆਣ ਕੇ ਤੇ ਬਹੁਤੇ ਸਗੋਂ ਦੁੱਖ ਹੀ ਲੈ ਲਿਆ ਜਾਣ ਬੁੱਝ ਕੇ। ਬਿਗਸਤ ਸ੍ਰੀ ਮੁਖ ਧੀਰਜ ਦੀਨਾ। ਗੁਰੂ ਸਾਹਿਬ ਜੀ ਸੁਣ ਕੇ ਭਾਈ ਮਰਦਾਨਾ ਤੋਂ ਹੱਸੇ ਹੈ ਤੇ ਧੀਰਜ ਦੇਣ ਲੱਗੇ। ਕਿਉਂ ਮਰਦਾਨੇ ਤਾਂ ਭੈ ਕੀਨਾ। ਮਹਾਰਾਜ ਕਹਿਣ ਲੱਗੇ ਮਰਦਾਨਿਆ ਤੂੰ ਕਿਉਂ ਐਵੇਂ ਭੈ ਜਾ ਕੀਤਾ ਹੈ। ਨਹੀਂ ਸਮੀਪ ਆਏ ਕਛ ਤੇਰੇ। ਆ ਤੇਰੇ ਨੇੜੇ ਨਹੀਂ ਕੁਝ ਵੀ ਆਉਣ ਦਿੰਦੇ। ਆ ਕਿੰਨੇ ਵੀ ਰੁੱਖ ਉੱਡਣ, ਕੰਕਰਾਂ ਉੱਡਣ, ਮਿੱਟੀ ਘੱਟਾ ਉੱਡੇ, ਤੇਰੇ ਨੇੜੇ ਨਹੀਂ ਆ ਸਕਦਾ। ਕਿਉਂ ਤੂੰ ਭਇਓ ਅਧੀਰ ਕਨੇਰੇ। ਅਧੀਰ ਨਹੀਂ ਅਧੀਰ। ਕਿਉਂ ਤੂੰ ਐਵੇਂ ਧੀਰਜ ਤੋਂ ਰਹਿਤ ਬਹੁਤਾ ਹੋਇਆ ਪਿਆ ਹੈ। ਸੁਨਹਾ ਪ੍ਰਭੂ ਮੁਝ ਕੰਪ ਕਨੇਰਾ। ਇਹ ਪ੍ਰਭੂ ਰੂਪ ਗੁਰੂ ਨਾਨਕ ਸਾਹਿਬ ਜੀ ਸੁਣੋ ਮੇਰਾ ਬਚਨ, ਮੈਨੂੰ ਤੇ ਮਹਾਰਾਜ ਬਹੁਤਾ ਹੀ ਕਾਂਬਾ ਛਿੜ ਰਿਹਾ ਹੈ। ਐਸਾ ਸੀਤ ਨਾ ਮੈਂ ਕਬ ਹੇਰਾ। ਤੇ ਇੰਨੀ ਤੇਜ਼ ਹਵਾ ਜੀ ਠੰਡੀ ਵਗ ਰਹੀ ਹੈ। ਇਹ ਠੰਡੀ ਹਵਾ ਨਾਲ ਮੈਂ ਤੇ ਐਸਾ ਸੀਤ ਮੈਨੂੰ ਕਾਂਬਾ ਛਿੜ ਰਿਹਾ, ਕਦੀ ਦੇਖਿਆ ਹੀ ਨਹੀਂ ਮੈਂ ਅੱਜ ਤੱਕ। ਜੀਵ ਲੈਨ ਇਹ ਆਏ ਅੰਧੇਰੀ। ਗੁਰੂ ਸਾਹਿਬ ਜੀ ਹਨੇਰੀ ਕਾਦੀ ਆਈ ਹੈ ਤੇ ਮੇਰੀ ਜਾਨ ਹੀ ਲੈਣ ਆਈ ਹੈ। ਭਈ ਆਰਬਲ ਪੂਰਨ ਮੇਰੀ ਤੇ ਜਿਹੜੀ ਉਮਰ ਹੈ ਨਾ ਉਹ ਪੂਰੀ ਹੋ ਗਈ ਹੈ, ਬਸ ਹੁਣ ਇੱਥੇ ਭੋਗ ਪੈ ਜਾਣਾ ਹੈ। ਪੁਨ ਸੋ ਦਾਤ ਦੇਹ ਧਰ ਆਵਾ। ਅਜੇ ਇਹ ਕੁਝ ਕਹਿ ਹੀ ਰਿਹਾ ਸੀ ਭਾਈ ਮਰਦਾਨਾ, ਜਿਹੜਾ ਉਹ ਦੈਂਤ ਜੀ ਦਾ ਰੂਪ ਧਾਰ ਕੇ ਆ ਗਿਆ ਹੈ। ਸਿਰ ਨਭ ਪੱਗ ਪਾਤਾਲ ਬਨਾਵਾ। ਜਿਹਦਾ ਸਿਰ ਆਕਾਸ਼ ਨੂੰ ਲੱਗਾ ਹੋਇਆ, ਚਰਨ ਪਤਾਲ ਨੂੰ ਲੱਗੇ ਹੋਏ, ਜਾਂ ਐਵੇਂ ਵੀ ਜਿਹਦਾ ਆਕਾਸ਼ ਸਿਰ ਹੈ ਤੇ ਪਤਾਲ ਪੈਰ ਬਣੇ ਹੋਏ ਐ। ਦੀਰਘ ਦਾਂਤ ਭਿਆਨਕ ਰੂਪਾ। ਤੇ ਦੰਦ ਜਿਹੜੇ ਬੜੇ ਲੰਮੇ ਐ, ਬਹੁਤ ਭਿਆਨਕ ਰੂਪ ਹੈ ਡਰਾਉਣਾ। ਨਾਸਾਂ ਕਰਨ ਬਨੇ ਤਮਕੂਪਾ। ਨਾਸਾਂ ਦੀਆਂ ਜਿਹੜੀਆਂ ਮੋਹਰੀਆਂ ਸੁਰਾਖ ਹੈ, ਕੰਨਾਂ ਦੇ ਜਿਹੜੇ ਸੁਰਾਖ ਮੋਹਰੀਆਂ
ਉਹ ਤੇ ਮਾਨੋ ਕਿ ਬੜੇ ਤਕੜੇ ਹਨੇਰੇ ਦੇ ਖੂਹ ਹੀ ਬਣੇ ਹੋਏ ਖੂਹ ਹੀ ਲੱਗ ਰਹੇ ਐ। ਮੁਖ ਉਗਾਰ ਮਰਦਾਨੇ ਦੇਖਾ। ਇੱਧਰ ਭਾਈ ਮਰਦਾਨਾ ਜੀ ਨੇ ਕੱਪੜਾ ਜਿਹਾ ਮੁਖ ਤੋਂ ਚੁੱਕ ਕੇ ਤੇ ਅੱਖਾਂ ਜੀਆਂ ਉਘਾੜ ਕੇ ਦੇਖਿਆ। ਭਇਓ ਹਿਰਦੇ ਭੈ ਭੀਤ ਵਿਸੇਖਾ। ਜਦੋਂ ਵੇਖਿਆ ਭਿਆਨਕ ਰੂਪ ਵੀ ਐਸਾ ਨੱਕ ਹੈ ਖੂਹ ਵਰਗੇ ਮੋਰੇ ਇਹਦੇ ਤੇ ਬੜਾ ਬਹੁਤਾ ਹੀ ਭੈ ਭੀਤ ਹੋਇਆ ਇਹਦੇ ਵਿੱਚ। ਤਿਹ ਅੰਧੇਰੀ ਤੇ ਬਚ ਰਹੇ। ਕਹਿਣ ਲੱਗਾ ਸਤਿਗੁਰੂ ਜੀ ਉਹਦੀ ਹਨੇਰੀ ਆਈ ਸੀ ਨਾ ਉਤੋਂ ਤੇ ਆਪਾਂ ਬਚ ਰਹੇ ਸਾਂ। ਅਬ ਇਹ ਦੈਂਤ ਖਾਵਨੋ ਚਾਹੇ। ਉੱਥੋਂ ਤੇ ਆਪਾਂ ਬਚ ਗਏ ਆ। ਆੜਾ ਦੈਨ ਇਹ ਹੁਣ ਖਾਣਾ ਚਾਹੁੰਦਾ। ਇਹ ਤੁਹਾਨੂੰ ਤੇ ਕੁਝ ਕਹਿਣਾ ਨਹੀਂ ਮੈਨੂੰ ਨਹੀਂ ਛੱਡੇਗਾ। ਗੁਰੂ ਭਨਾ ਇਹ ਹੈ ਕਿਛ ਨਾਹੀ। ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਾ ਕੋਈ ਦੈਨ ਦੂਤ ਨਹੀਂ ਹੈ। ਨਿਕਟ ਨਾ ਆਵੈ ਜਾਏ ਪਰਾਹੀ। ਇਹ ਤੇ ਨਹੀਂ ਦੂਜਾ ਤੁਹਾਡੇ ਨੇੜੇ ਆਏਗਾ ਇਹ ਦੌੜ ਜਾਏਗਾ ਪਰੇ ਪਰੇ ਜਾਏਗਾ। ਵਾਹਿਗੁਰੂ ਕਹਿ ਧੀਰਜ ਕਰੀਏ। ਬਸ ਤੂੰ ਤੇ ਇੰਨਾ ਕੁ ਕੰਮ ਕਰ ਵਾਹਿਗੁਰੂ ਕਹਿ ਤੇ ਧੀਰਜ ਹੌਸਲਾ ਧਾਰ ਰੱਖ। ਕਿਹ ਤੇ ਤਨਕ ਨਾ ਤਰਾਸ ਵਿਚਰੀਏ। ਕਿਸੇ ਤੋਂ ਵੀ ਥੋੜਾ ਮਾਤਰ ਐਵੇਂ ਡਰ ਨਾ ਵਿਚਾਰੀਏ ਕਰੀਏ ਵੀ ਕਦੀ ਹਨੇਰੀ ਆ ਜਾਂਦੀ ਆ ਹੁਣ ਦੈਂਤ ਆ ਗਿਆ। ਕਿਸੇ ਦਾ ਡਰ ਨਾ ਕਰ ਭੂਰਾ ਮਾਤਰ। ਕਲ ਜੁਗ ਅਗਨ ਵੇਖ ਤਨ ਧਾਰਾ। ਇੰਨੇ ਨੂੰ ਜੋ ਕਲਯੁਗ ਆਇਆ ਹੋਇਆ ਸੀ ਦੈਂਤ ਦਾ ਰੂਪ ਧਾਰ ਕੇ ਉਹਨੇ ਅਗਨੀ ਦਾ ਸਰੀਰ ਜਾ ਧਾਰ ਲਿਆ ਭੇਖ। ਧੂਮ ਉਠਿਓ ਚਾਹ ਤਰਫ ਅਪਾਰਾ। ਜਦੋਂ ਉਹਨੇ ਅਗਨੀ ਦਾ ਰੂਪ ਜਿਹਾ ਧਾਰਿਆ ਸਰੀਰ ਕਹਿੰਦੇ 4 ਸਫੇਰੇ ਬੜਾ ਬਹੁਤ ਜ਼ਿਆਦਾ ਧੂਆਂ ਉੱਠਿਆ ਧੂਆਂ ਹੀ ਧੂਆਂ ਹੋ ਗਿਆ। ਮੁਖ ਢਪ ਪੌੜ ਰਹਿਓ ਮਰਦਾਨਾ। ਤੇ ਮਰਦਾਨਾ ਦੇ ਭਾਈ ਮਰਦਾਨਾ ਜੀ ਦੇ ਮੁਖ ਨੂੰ ਢੱਕ ਕਰਕੇ ਤੇ ਲੇਟ ਹੀ ਰਿਹਾ ਹੈ। ਅਚਰਜ ਦੇਖ ਅਧਿਕ ਪੈਮਾਨਾ। ਅਚਰਜ ਧੂਆਂ ਜਿਹਾ ਦੇਖ ਵੀ ਇੰਨਾ ਧੂਆਂ ਕਿੱਥੋਂ ਆ ਹੋ ਗਿਆ। ਹੁਣ ਪਹਿਲਾਂ ਹਨੇਰੀ ਸੀ ਫਿਰ ਦੈਂਤ ਹੁਣ ਧੂਆਂ ਆ ਗਿਆ। ਬਹੁਤਾ ਹੀ ਭੈ ਮੰਨਿਆ ਹੈ। ਦੋਹਰਾ ਅਗਨ ਵੇਖ ਕੋ ਤਿਆਗ ਕਾ। ਫਿਰ ਕਲਯੁਗ ਜਿਹੜਾ ਹੈ ਅੱਗ ਦਾ ਭੇਖ ਧਾਰ ਕੇ ਛੱਡ ਕੇ ਘਟਾ ਬੜੀ ਪੁਨ ਹੋਏ। ਫਿਰ ਜਿਹੜਾ ਬੱਦਲਾਂ ਦੀ ਕਾਲੀ ਘਟਾ ਬੜੀ ਤਕੜੀ ਹੋ ਗਿਆ ਬਣ ਗਿਆ ਹੈ। ਕਰਤ ਪਰਖਨਾ ਗੁਰੂ ਕੀ। ਗੁਰੂ ਸਾਹਿਬ ਜੀ ਦੀ ਪ੍ਰੀਖਿਆ ਕਰਦਾ ਕਲਯੁਗ। ਕਲਯੁਗ ਆਵਤ ਸੋਏ। ਜੋ ਕਲਯੁਗ ਆਉਂਦਾ ਆਉਂਦਾ ਆ ਰਿਹਾ ਹੈ ਸਤਿਗੁਰੂ ਜੀ ਦੀ ਪਰਖਣਾ ਕਰਦਾ ਪ੍ਰੀਖਿਆ ਕਰਦਾ ਹੈ। ਚੌਪਈ ਭੀ ਕਾਲੀ ਘਟ ਨਿਸਾ ਸਮਾਨਾ। ਉਹ ਜੋ ਕਲਯੁਗ ਕਾਲੀ ਘਟਾ ਬਣਿਆ ਹੈ ਉਹ ਕਾਲੀ ਘਟਾ ਤੇ ਕਹਿੰਦੇ ਕਾਲੀ ਰਾਤ ਸਮਾਨ ਹੋ ਗਈ ਹੈ। ਦਾਮਨ ਚਮਕਤ ਮਨਹ ਕਿਰਪਾਨਾ। ਜਿਹੜੀ ਕਾਲੀ ਘਟਾ ਵਿੱਚ ਬਿਜਲੀ ਚਮਕ ਰਹੀ ਹੈ ਮਾਨੋ ਇਹ ਕਲਯੁਗ ਨੇ ਕਿਰਪਾਨ ਫੜੀ ਹੋਈ ਲਿਸ਼ਕਦੀ। ਤਰਕਾ ਕੋ ਬਰਖਾਏ ਵਿਸਾਲਾ। ਫਿਰ ਕੀ ਕੀਤਾ ਵੀ ਬਹੁਤ ਜਿਹੜੇ ਗੜੇ ਹਨ ਤਕੜੇ ਤਕੜੇ ਵਰਸਾਉਣੇ ਸ਼ੁਰੂ ਕਰ ਦਿੱਤੇ। ਕਾਹਨ ਸਮ ਭਾਰੀ ਤਿਹ ਕਾਲਾ। ਉਹ ਸਮੇਂ ਜਿਹੜੇ ਗੜੇ ਵਰਸਾਏ ਬਹੁਤੇ ਉਹ ਤੇ ਪੱਥਰਾਂ ਦੇ ਸਮਾਨ ਪੱਥਰ ਹੀ ਸੁੱਟ ਰਿਹਾ ਮਾਨੋ। ਧਰ ਧੀਰਜ ਗੁਰ ਤਹਾਂ ਸਹਾਏ। ਪਰ ਗੁਰੂ ਸਾਹਿਬ ਸਮਰੱਥ ਹੈ ਜਿਸ ਕਰਕੇ ਧੀਰਜ ਹੌਸਲਾ ਵੱਡਾ ਰੱਖ ਕੇ ਉੱਥੇ ਹੀ ਸੋਭਨੀਕ ਹੋ ਕੇ ਬੈਠੇ ਰਹੇ ਕਿਤੇ ਹਿੱਲੇ ਨਹੀਂ ਹਨ। ਨਿਕਟ ਕਛੂ ਸੋਹਿ ਨਾ ਨਹਿ ਪਾਏ। ਤੇ ਨੇੜੇ ਜੇ ਆ ਕੇ ਕੁਝ ਵੀ ਛੋਣਾ ਹੀ ਨਹੀਂ ਪਾਇਆ ਸਤਿਗੁਰੂ ਜੀ ਦੇ ਸਰੀਰ ਨੂੰ। ਉਹ ਪੱਥਰਾਂ ਵਰਗੇ ਗੜੇ ਸੁੱਟ ਰਿਹਾ ਹੈ। ਨਾ ਭਾਈ ਬਾਲਾ ਨਾ ਮਰਦਾਨਾ ਨਾ ਗੁਰੂ ਸਾਹਿਬ ਉਹ ਛੋਣਾ ਹੀ ਨਹੀਂ ਪਾਇਆ ਕਿਸੇ ਨੂੰ। ਤਬ ਕਲਯੁਗ ਨ ਨਿਸ਼ਚੈ ਜਾਣੀ। ਫਿਰ ਕਲਯੁਗ ਨੇ ਇਹ ਕੁਝ ਵੇਖ ਕੇ ਭਰੋਸਾ ਜਾਣ ਲਿਆ ਕਰ ਲਿਆ ਹੈ ਅਵਤਾਰ ਰੂਪ ਗੁਣ ਖਾਨੀ। ਇਹ ਤੇ ਗੁਣਾ ਦੀ ਖਾਨ ਜੋ ਪਰਮੇਸ਼ਰ ਹੈ ਉਸ ਦਾ ਸਰੂਪ ਦਾ ਅਵਤਾਰ ਹੈ ਗੁਰੂ ਨਾਨਕ ਸਾਹਿਬ ਉਹੀਓ ਆ ਗਏ ਹੈ। ਮਾਨੁਖ ਰੂਪ ਧਾਰ ਪੁਨ ਆਇਓ। ਫਿਰ ਇਹ ਜਿਹੜਾ ਹੈ ਕਲਯੁਗ ਮਨੁੱਖ ਦਾ ਰੂਪ ਧਾਰ ਕੇ ਆ ਗਿਆ। ਅਧਿਕ ਬਦਨ ਤੇ ਅਗਨ ਬਸਾਇਓ।
ਅਧਿਕ ਬਦਨ ਤੇ ਅਗਨ ਬਮਾਇਓ। ਆਪਣੇ ਮੁਖ ਤੋਂ ਬਹੁਤੀ ਜਿਹੜੀ ਅੱਗ ਹੈ ਉਹਨੂੰ ਇਸਨੇ ਕੱਢਣੀ ਕੀਤੀ ਹੈ। ਦੇਹ ਕੰਚ ਕੀ ਜਾਹੇ ਸਵਾਰੀ। ਜਿਸ ਕਲਯੁਗ ਨੇ ਕੱਚ ਦੀ ਜਾਂ ਸੋਨੇ ਦੀ ਦੇਹ ਸਵਾਰੀ, ਬੜੀ ਚਮਕਦੀ ਹੈ ਦੇਹ ਦੀ। ਏਕ ਹਾਥ ਮੈਂ ਜਿਹਵਾ ਧਾਰੀ। ਫਿਰ ਤੇ ਵੱਖਰਾ ਹੀ ਇਹਨੇ ਤਮਾਸ਼ਾ ਜਿਹਾ ਕੀਤਾ ਵੇ, ਇੱਕ ਹੱਥ ਵਿੱਚ ਆਪਣੀ ਜਿਹਵਾ ਧਾਰੀ ਫੜੀ ਹੋਈ ਹੈ। ਗਹਿਓ ਲਿੰਗ ਕੋ ਦੂਸਰ ਹਾਥਾ। ਦੂਸਰੇ ਹੱਥ ਵਿੱਚ ਜਿਹੜਾ ਗੁਪਤ ਅੰਗ ਹੈ, ਉਪਸਥ ਇੰਦਰੀ ਹੈ, ਇਹ ਫੜੀ ਹੋਈ ਹੈ। ਆਵਾ ਸਨਮੁਖ ਜਹ ਜਗਨਾਥਾ। ਜਿੱਥੇ ਸੰਸਾਰ ਦੇ ਮਾਲਕ ਗੁਰੂ ਸਾਹਿਬ ਜੀ ਸੁਭਾਏਮਾਨ ਸਨ, ਇਹ ਸਾਹਮਣੇ ਆਇਆ ਕਲਯੁਗ। ਬਿਗਸਤ ਮੁਖ ਤੇ ਕਹਿ ਸੁਖ ਰਾਸਾ। ਸੁੱਖਾਂ ਦੀ ਰਾਸ ਗੁਰੂ ਸਾਹਿਬ ਜੀ ਮੁਖ ਤੋਂ ਹੱਸਦਿਆਂ ਹੋਇਆਂ ਕਹਿਣ ਲੱਗੇ। ਮਰਦਾਨੇ ਉਠ ਦੇਖ ਤਮਾਸ਼ਾ। ਮਰਦਾਨਿਆਂ ਮੁਖ ਤੋਂ ਕਪੜਾ ਲਾ ਕੇ ਆ ਵੇਖ ਕੀ ਤਮਾਸ਼ਾ ਹੋ ਰਿਹਾ ਹੈ। ਸਾਵਧਾਨ ਹੈ ਧੀਰਜ ਧਰਿਏ। ਐ ਸਾਵਧਾਨ ਹੋ, ਸਤਰਕ ਹੋ, ਨੇਤਰ ਖੋਲ, ਧੀਰਜ ਹੌਸਲਾ ਰੱਖ। ਕਾਹੋ ਤਨਕ ਨਾ ਤਰਾਸ ਵਿਚਰੀਏ। ਕਿਸੇ ਦਾ ਤੂੰ ਭੂਰਾ ਮਾਤਰ ਡਰ ਨਾ ਧਾਰ ਰੱਖ। ਆਨ ਕਲੀ ਤਬ ਬੰਧਨ ਕਰਕੇ। ਫਿਰ ਇਹਨਾਂ ਨੂੰ ਕਲਯੁਗ ਆ ਕੇ ਸਤਿਗੁਰ ਜੀ ਦੇ ਨੇੜੇ ਤੇ ਮੱਥਾ ਟੇਕ ਕਰਕੇ ਬੋਲਿਓ ਨਿਜ ਅਪਰਾਧ ਵਿਚਰ ਕਾ। ਆਪਣਾ ਜਿਹੜਾ ਉਪਰਾਧ ਗੁਨਾਹ ਜਿਹਾ ਵਿਚਾਰ ਕੇ ਬੋਲਿਆ। ਦਕਸ਼ ਖਤਾ ਜਿਤੀ ਮੈਂ ਕੀਨੀ। ਗੁਰੂ ਸਾਹਿਬ ਜੀ, ਜਿੰਨੀ ਮੈਂ ਭੁੱਲ ਗਲਤੀ ਗੁਨਾਹ ਕੀਤਾ ਇਹਨੂੰ ਬਖਸ਼ੋ ਜੀ। ਰਾਵਰ ਕੀ ਮਹਿਮਾ ਨਹ ਚੀਨੀ। ਮੈਂ ਕਲਯੁਗ ਅਣਜਾਣ ਨੇ ਆਪ ਜੀ ਦੀ ਮਹਾਨ ਮਹਿਮਾ ਨਹੀਂ ਜਾਣੀ ਸਮਝੀ ਹੈ। ਅਬ ਇਸ ਸਮੇਂ ਮੋਰ ਸਿਕਦਾਰੀ। ਗੱਲ ਕੀ ਵੀ ਸਤਿਗੁਰੂ ਜੀ, ਇਸ ਸਮੇਂ ਮੇਰੀ ਸਿਕਦਾਰੀ ਨੰਬਰਦਾਰੀ ਥਾਣੇਦਾਰੀ ਹੈ ਜੀ। ਦੇਨੀ ਤੁਮ ਨਿਜ ਕਰਨਾ ਧਾਰੀ। ਇਹ ਜੋ ਮੈਂ ਸਰਦਾਰੀ ਥਾਣੇਦਾਰੀ ਕਰ ਰਿਹਾ, ਆਪ ਜੀ ਨੇ ਕਿਰਪਾ ਧਾਰ ਕੇ ਮੈਨੂੰ ਦਿੱਤੀ ਹੋਈ ਹੈ। ਅਬ ਲੱਛਣ ਨਰ ਜੈਸੇ ਕਰਹੀਂ। ਗੱਲ ਦੇ ਵਿੱਚ ਇਹ ਹੈ ਵੀ ਜਿਸ ਤਰ੍ਹਾਂ ਦੇ ਮਹਾਰਾਜ ਹੁਣ ਦੇ ਮਨੁੱਖ ਲੱਛਣ ਕਰਤੱਵ ਮਾੜੀਆਂ ਕਰਤੂਤਾਂ ਕਰ ਰਹੇ ਹੈ, ਤੈਸੇ ਵੇਖ ਆਇਓ ਮੈਂ ਧਰਹੀਂ। ਤੈਸੇ ਵੇਖ, ਉਸੇ ਭੇਖ ਵਿੱਚ ਹੀ ਮੈਂ ਧਾਰ ਕੇ ਆਇਆ ਆਪਣਾ ਰੂਪ। ਜਿਸ ਤਰ੍ਹਾਂ ਦੇ ਹੁਣ ਕਲਯੁਗ ਦੇ ਵਿੱਚ ਮਹਾਰਾਜ ਮੇਰੇ ਸਰਦਾਰੀ ਦੇ ਸਮੇਂ ਲੋਕ ਲੱਛਣ ਕਰਤੂਤਾਂ ਮਾੜੀਆਂ ਕਰ ਰਹੇ ਐ। ਦੇਵ ਸੰਪਦਾ ਤਾਜ ਕਰ ਸਾਰੀ। ਹੁਣ ਜਿਹੜੇ ਪੁਰਸ਼ ਦੇਵੀ ਸੰਪਦਾ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ, ਇਹ ਸਾਰੇ ਦੇਵੀ ਸੰਪਦਾ ਸ਼ੁਭ ਗੁਣਾਂ ਨੂੰ ਛੱਡ ਕੇ ਦਵੈ ਇੰਦਰਾ ਸਵਾਦਨ ਬਸਕਾਰੀ। ਬਸ ਦੋ ਇੰਦਰੀਆਂ ਦੇ ਸਵਾਦਾਂ ਦੇ ਵਿਬਾਸੀ ਹੋਏ ਐ, ਦੋ ਇੰਦਰੀਆਂ ਦੇ ਸਵਾਦਾਂ ਵਿੱਚ ਹੀ ਮਰ ਰਹੇ ਐ। ਕਹਿ ਤੋ ਰਸਨਾ ਸਵਾਦ ਹਲਾਈ। ਜਾਂ ਤੇ ਮਹਾਰਾਜ ਇਹਨਾਂ ਨੇ ਆਪਣੀ ਜਿਹੜੀ ਰਸਨਾ ਹੈ ਉਸ ਨੂੰ ਸਵਾਦਾਂ ਵਿੱਚ ਲਾਇਆ ਹੋਇਆ ਖਾਈ ਜਾਂਦੇ ਵਨ ਸਵੰਨਾ। ਲਿੰਗ ਸਵਾਦ ਕੇ ਬਸ ਹੋਏ ਜਾਈ। ਜਾਂ ਜਿਹੜੀ ਗੁਪਤ ਅੰਗ ਹੈ ਉਪਸਥ ਇੰਦਰੀ ਲਿੰਗ ਹੈ ਉਹਦੇ ਸਵਾਦ ਵਿੱਚ ਬਸ ਹੋਏ ਹੈ ਤੇ ਉਹ ਵਿਸ਼ੇ 'ਚ ਕਮਾਈ ਜਾਂਦੇ, ਕਰੀ ਕਰਾਈ ਜਾਂਦੇ ਐ। ਮਾਤ ਪਿਤਾ ਗੁਰ ਲੱਜਾ ਤਿਆਗੀ। ਹੇ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ, ਹੁਣ ਦੇ ਜੀਵਾਂ ਨੇ ਤੇ ਮਾਂ ਪਿਓ ਗੁਰੂ ਦੀ ਤੇ ਸ਼ਰਮ ਹੀ ਛੱਡੀ ਹੋਈ ਵੀ ਕਿਹੜਾ ਗੁਰੂ ਕਿਹੜੀ ਮਾਂ ਪਿਓ। ਇਨਕੇ ਬਸੀ ਹੋਏ ਅਨੁਰਾਗੀ। ਬਸ ਇਹ ਦੋ ਇੰਦਰੀਆਂ ਰਸਨਾ ਤੇ ਗੁਪਤ ਅੰਗ ਦੇ ਇਹਨਾਂ ਦੇ ਵਸ ਹੋਏ ਪ੍ਰੇਮੀ ਪਿਆਰੇ ਹੋ ਰਹੇ ਐ। ਉਹ ਵਿਸ਼ੇ ਜੇ ਮਾਣੀ ਜਾਂਦੇ, ਭੋਗੀ ਜਾਂਦੇ ਐ। ਜਾਂ ਤੇ ਭੀ ਮਮ ਮਤ ਵਿਪਰੀਤਾ। ਇਸੇ ਕਰਕੇ ਮੈਂ ਮਹਾਰਾਜ ਹੁਣ ਮਾਲਕ ਐ ਇਸ ਕੰਮ ਦਾ, ਜਿਸ ਕਰਕੇ ਮੇਰੀ ਵੀ ਅਕਲ ਮਤ ਉਲਟੀ ਹੋਈ ਪਈ ਐ। ਕੀਆ ਤੁਮ ਸੋ ਛਲ ਹੋਵੇ ਨਿਰਭੀਤਾ। ਐਨ ਸੰਗ ਨਿਡਰ ਹੋ ਕੇ ਜਿਸ ਕਰਕੇ ਤੁਹਾਡੇ ਨਾਲ ਵੀ ਮੈਂ ਛਲ ਫਰੇਬ ਕੀਤਾ ਹੈ ਜੀ। क्षमा करन को बिरद तुम्हारा। हे परमेश्वर रूप गुरु नानक
ਸਹਿਜ ਜੀ ਮੈਨੂੰ क्षमा ਕਰੋ, ਕਿਉਂਕਿ क्षमा ਕਰਨ ਦਾ ਤੁਹਾਡਾ ਬਿਰਧ ਸੁਭਾਅ ਧਰਮ ਪੁਰਾਣ ਨਿਯਮੀ ਹੈ। परम पुरख हो महा उदारा। ਆਪ ਜੀ ਤੇ ਪਰਮੇਸ਼ਰ ਰੂਪ ਮਹਾਂਪੁਰਖ ਹੋ ਤੇ ਮਹਾਨ ਸਖੀ ਦਾਤੇ ਸ੍ਰੇਸ਼ਟ ਹੋ ਜੀ। सुन कर यो बोले जगते सा। ਜਗਤ ਦੇ ਮਾਲਕ ਸੁਣ ਕਰਕੇ ਇਉਂ ਦੇ ਬੋਲੇ ਐ। को तव नाम कौन है देसा। ਹੈ ਵੀ ਗੁਰੂ ਸਾਹਿਬ ਜਾਣਦੇ ਤੇ ਸਾਰਾ ਕੁਝ ਹੀ ਹੈ। ਭਾਈ ਮਰਦਾਨਾ ਬਾਲਾ ਜੀ ਨੂੰ ਦੱਸਣ ਵਾਸਤੇ ਵੀ ਤੂੰ ਡਰ ਰਿਹਾ ਸੀ, ਇਹ ਕੌਣ ਸੁਣ ਲਾ ਹੁਣ। ਕਹਿੰਦੇ ਵੀ ਤੇਰਾ ਨਾਮ ਕਿਹੜਾ ਹੈ, ਤੇਰਾ ਦੇਸ਼ ਇਲਾਕਾ ਕਿਹੜਾ, ਜਿੱਥੋਂ ਆਇਆ ਹੈ। कौन काज हित चल कर आयो। ਫਿਰ ਤੂੰ ਵੀ ਕਿਹੜਾ ਆਪਣਾ ਕੰਮ ਕਰਾਉਣ ਵਾਸਤੇ ਸਾਡੇ ਪਾਸ ਚੱਲ ਕੇ ਆਇਆ ਹੈ। इस प्रकार क्यों कपट दिखायो। ਇਸ ਪ੍ਰਕਾਰ ਦਾ ਕਿਉਂ ਤੂੰ ਕਪਟ ਕਰਕੇ ਛਲ ਕਰਕੇ ਦਿਖਾਇਆ, ਵੀ ਕਦੀ ਅੱਗ ਦਾ ਰੂਪ, ਕਦੀ ਝੱਖੜ, ਕਦੀ ਬਾਰਿਸ਼ਾਂ, ਕਦੀ ਗੜੇ, ਕਦੀ ਆ ਹੁਣ ਇੱਕ ਹੱਥ ਨਾਲ ਇੰਦਰੀ ਤੇ ਇੱਕ ਹੱਥ ਨਾਲ ਜਿਹੜੀ ਰਸਨਾ ਫੜ ਕੇ ਆ ਗਿਆ। ਇਹ ਕੀ ਤਮਾਸ਼ਾ ਹੈ। ਸੁਨਹੁ ਗੁਰੂ ਜੀ ਕਲਯੁਗ ਨਾਮੋ। ਕਹਿਣ ਲੱਗਾ ਗੁਰੂ ਸਾਹਿਬ ਜੀ ਮੇਰਾ ਨਾਮ ਕਲਯੁਗ ਸਾਹਿਬ ਹੈ। ਦਰਸ਼ਨ ਕਰਬੇ ਕੋ ਮਮ ਕਾਮੋ। ਤੁਹਾਡੇ ਦਰਸ਼ਨ ਕਰਨੇ ਆ, ਤੁਹਾਡੇ ਦਰਸ਼ਨ ਕਰਦਾ ਹੀ ਮੇਰਾ ਕੰਮ ਹੈ ਜੀ, ਦਰਸ਼ਨ ਕਰਨ ਆਇਆ ਹਾਂ। ਨਮੋ ਕਰਨ ਰਾਵਰ ਕੋ ਆਇਓ। ਤੁਹਾਨੂੰ ਨਮਸਕਾਰ ਕਰਨੀ ਹੈ, ਮੱਥਾ ਟੇਕਣ ਵਾਸਤੇ ਆਪ ਜੀ ਨੂੰ ਆਇਆ ਹਾਂ ਜੀ। ਪਰਖਨ ਹਿਤ ਮੈਂ ਕਪਟ ਦਿਖਾਇਓ। ਆਪ ਜੀ ਪਰਮੇਸ਼ਰ ਰੂਪ ਹੈ, ਫਿਰ ਵੀ ਪਰਖਣ ਵਾਸਤੇ, ਪ੍ਰੀਖਿਆ ਵਾਸਤੇ ਮੈਂ ਕਪਟ ਦਿਖਾਇਆ ਹੈ ਜੀ, ਛਲ ਜਿਹਾ ਕੀਤਾ ਇਸ ਤਰ੍ਹਾਂ ਦਾ। ਸ੍ਰੀ ਗੁਰ ਕਹਾ ਭਨੋ ਨਿਜ ਲੱਛਣ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ ਕਲਯੁਗ ਸਾਹਿਬ, ਜਿਹੜੇ ਤੇਰੇ ਆਪਣੇ ਲੱਛਣ ਕਰਤੱਵ ਹੈ ਵੀ ਅਗਲਾ ਸਮਾਂ ਕੈਸਾ ਆਉਣ ਵਾਲਾ, ਹੋਰ ਭਿਆਨਕ ਉਹ ਵੀ ਕਹਿ ਦੇ ਦੱਸ। ਕੋ ਤਵ ਸੈਨਾ ਸੰਗ ਵਿਚਛਨਾ। ਫਿਰ ਤੇਰੇ ਨਾਲ ਜਿਹੜੀ ਤੇਰੀ ਸਿਆਣੀ ਚਤਰ ਸੈਨਾ ਕਿਹੜੀ ਹੈ। ਕਿਸ ਪ੍ਰਕਾਰ ਕੀ ਤੋਜ ਸਿਕਦਾਰੀ। ਫਿਰ ਕਿਸ ਤਰ੍ਹਾਂ ਦੀ ਤੇਰੀ ਜਿਹੜੀ ਸਿਕਦਾਰੀ ਥਾਣੇਦਾਰੀ ਹੋ ਰਹੀ ਹੈ ਤੇ ਕਿੱਦਾਂ ਦੀ ਅੱਗੇ ਹੋਏਗੀ, ਉਹ ਵੀ ਦੱਸ ਦੇ ਸਾਰੀ। ਸੁਨ ਕਲਯੁਗ ਪੁਨ ਗਿਰਾ ਉਚਾਰੀ। ਸੁਣ ਕੇ ਸਤਿਗੁਰਾਂ ਤੋਂ ਕਲਯੁਗ ਨੇ ਬਚਨ ਕਿਹਾ। ਪੂਰ ਸੂਰ ਸਭ ਕੇਰ ਅਗਾਰੀ। ਕਹਿਣ ਲੱਗਾ ਗੁਰੂ ਸਾਹਿਬ ਜੀ ਸੁਣ ਲਓ, ਮੇਰੇ ਸਮੇਂ ਦੇ ਵਿੱਚ ਤੇ ਮੇਰੀ ਸੈਨਾ ਕਿਹੜੀ ਹੈ ਬਹਾਦਰ, ਜਿਹੜਾ ਮੇਰਾ ਕੰਮ ਕਰਦੀ ਹੈ। ਕਹਿੰਦਾ ਵੀ ਇੱਕ ਤੇ ਹੈ ਜੀ ਝੂਠ ਨਿਰਾਈ, ਜਿਹੜਾ ਝੂਠ ਬੋਲਣਾ ਹੈ ਨਾ, ਇਹ ਮੇਰਾ ਸੂਰਮਾ ਹੈ ਬੜਾ ਤਗੜਾ, ਜਿਹੜਾ ਸਭ ਤੋਂ ਅੱਗੇ ਲੱਗਾ ਹੋਇਆ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਹੈ ਕਿ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ। ਕਿ ਸੱਚ ਦਾ ਚੰਦਰਮਾ ਦਿਖਦਾ ਨਹੀਂ ਵੀ ਕਿੱਥੇ ਚੜਿਆ ਹੈ, ਬਸ ਕੂੜ ਦੀ ਮੱਸਿਆ ਲੱਗੀ ਹੋਈ ਚਾਰ ਚਫੇਰੇ। ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੇ ਤਾਂ ਪੜ੍ਹ ਸੁਣਾਏ। ਕਾਜੀ ਵੀ ਹੋ ਜੇ ਜਿਹੜੇ ਜਨੇਊ ਪਾਈ ਫਿਰਦੇ ਆ, ਇਸੇ ਤਰ੍ਹਾਂ ਬ੍ਰਾਹਮਣ ਆਦਿਕ ਵੀ ਸਾਰੇ ਮਾਇਆਧਾਰੀ ਹੋਏ ਪਏ, ਝੂਠ ਦਾ ਹੀ ਸਹਾਰਾ ਲਈ ਫਿਰਦੇ ਆ। ਲੱਭ ਕੁੱਤਾ ਕੂੜ ਚੂੜਾ ਇਹੋ ਕੁਝ ਧਾਰਨ ਕੀਤਾ ਹੋਇਆ ਹੈ। ਤੇ ਇਹ ਕਹਿ ਰਿਹਾ, ਕਹਿੰਦਾ ਮਹਾਰਾਜ ਜਿਹੜਾ ਨਿਰਾ ਹੈ ਨਾ ਝੂਠ, ਇਹ ਮੇਰਾ ਹੈ ਸੂਰਮਾ, ਸਭ ਤੋਂ ਅੱਗੇ ਲੱਗਾ ਹੋਇਆ। ਚਲਤ ਤੁਝਾ ਬੜ ਕਰ ਮਹਤਾਰੀ। ਜਿਸ ਨੇ ਆਪਣੇ ਹੱਥ ਵਿੱਚ ਝੂਠ ਦੀ ਝੰਡੀ ਫੜੀ ਹੋਈ ਹੈ, ਲਹਿਰਾਉਂਦਾ ਚੱਲਦਾ ਜਾਂਦਾ ਅੱਗੇ ਅੱਗੇ, ਇਹ ਬੜਾ ਤਗੜਾ ਕਮਾਂਡਰ ਹੈ ਮੇਰਾ। ਮੋਹ ਨਾਮ ਸਭ ਕੋ ਪੂਪਾਲਾ। ਮੋਹ ਰੂਪੀ ਜਿਹੜਾ ਮੋਹ ਨਾਮ ਹੈ ਜਿਸ ਦਾ, ਉਹ ਸਭ ਤੋਂ ਤਗੜਾ ਰਾਜਾ ਹੈ ਮੇਰਾ। ਸੈਨਾਪਤ ਹਿੰਸਾ ਜੋ ਵਿਸਾਲਾ। ਜੋ ਜੀਵ ਹੱਤਿਆ ਕਰਨੀ ਹੈ, ਜੀਵਾਂ ਦਾ ਘਾਣ ਕਰਨਾ ਹੈ, ਹਿੰਸਾ ਕਰਨੀ, ਮਨ ਬਾਣੀ ਸਰੀਰ ਕਰਕੇ, ਤਿੰਨ ਤਰ੍ਹਾਂ ਦੀ ਹਿੰਸਾ ਹੈ। ਇਹ ਜਿਹੜੀ ਜੀਵ ਹਿੰਸਾ ਕਰਨੀ, ਇਹ ਮੇਰਾ ਮੋਹ ਰੂਪੀ ਰਾਜੇ ਦਾ ਬੜਾ ਤਕੜਾ ਸੈਨਾਪਤੀ ਹੈ ਜੀ। ਕਾਮ ਕ੍ਰੋਧ ਲੋਭ ਅਹੰਕਾਰਾ। ਕਾਮ ਬੜਾ ਬੜੀ, ਜਿਹੜਾ ਕ੍ਰੋਧ ਹੈ, ਲੋਭ ਹੈ, ਹੰਕਾਰ ਹੈ। ਸਭ ਜੋਧਾ ਏ ਗਜ ਸਵਾਰਾ। ਇਹ ਸਾਰੇ ਮੋਹ ਰਾਜੇ ਦੇ ਯੋਧੇ ਹੈ, ਹਾਥੀ ਤੇ ਸਵਾਰੀ ਕਰਨ ਵਾਲੇ। ਇਹ ਹਾਥੀਆਂ ਦੀ ਸੈਨਾ ਹੈ ਮੇਰੀ। ਮਤਸਰ ਨਿੰਦਾ ਪੁਨ ਬਟਪਾਰੀ। ਫਿਰ ਜਿਹੜੀ ਮਤਸਰ ਈਰਖਾ ਹੈ, ਨਿੰਦਾ ਕਰਨੀ ਹੈ, ਧਾਵੇ ਕਰਨੀ, ਜਿਹੜੇ ਬਟਪਾਰੀ ਕਹੀਏ, ਜਿਹੜੇ ਆ ਲੁੱਟਣਾ ਲੋਕਾਂ ਨੂੰ,
ਵੱਟ ਪਾਰੀ ਰਸਤੇ ਵਿੱਚ ਡਾਕੇ ਮਾਰਨੇ, ਠੱਗੀਆਂ ਮਾਰਨੀਆਂ, ਇਹ ਜਿਹੜੇ ਤਿੰਨ ਹਨ। ਤ੍ਰਿਸ਼ਨਾ ਤੇ ਸਭ ਰਥ ਸਵਾਰੀ, ਜਿਹੜੀ ਨਾਲ ਤ੍ਰਿਸ਼ਨਾ ਲੱਗੀ ਰਹਿਣੀ ਹੈ, ਪਦਾਰਥਾਂ ਦੀ ਹਲਕਾਏ ਕੁੱਤੇ ਵਾਂਗ ਜ਼ਬਾਨ ਹੀ ਬਾਹਰ ਰਹਿਣੀ ਹੈ, ਇਹ ਸਾਰੇ ਮੇਰੇ ਰਥ ਦੇ ਅਸਵਾਰੀ ਹੈ, ਰਥਵਾਹੀ ਹਨ, ਮੋਹ ਰਾਜੇ ਦੀ ਸੈਨਾ ਦੇ। ਆਲਸ ਜੂਬ ਬਾਰਨੀ ਪਾਨਾ, ਆਲਸ ਕਰਕੇ ਡਿੱਗੇ ਰਹਿਣਾ, ਜੂਆ ਖੇਡਣਾ, ਸ਼ਰਾਬ ਡਫਣੀ ਪੀਣੀ ਰੱਜ ਰੱਜ ਕੇ। ਦੁਰਾਚਾਰ ਸਭ ਚੜੇ ਕਿਗਾਨਾ, ਖੋਟੇ ਜਿਹੜੇ ਆਚਰਣ ਹੈ ਜੀਵਾਂ ਦੇ ਹੋ ਰਹੇ, ਭੈੜੇ ਕਰਤੱਵ ਹਨ, ਇਹ ਸਾਰੇ ਜਿਹੜੇ ਮੋਹ ਰਾਜੇ ਦੀ ਫੌਜ ਘੋੜਿਆਂ ਤੇ ਚੜੀ ਹੋਈ ਹੈ। ਮਮਤਾ ਵਿਸ਼ਯਨ ਆਸਾ ਜੋਏ, ਮਮਤਾ ਜਿਹੜੀ ਮੇਰ ਤੇਰ ਮੈਂ ਮੇਰਾ ਹੈ, ਤੇ ਵਿਸ਼ੇ ਤਰ੍ਹਾਂ ਤਰ੍ਹਾਂ ਦੇ ਇੰਦਰੀਆਂ ਦੇ ਤਰ੍ਹਾਂ ਤਰ੍ਹਾਂ ਦੀਆਂ ਆਸਾਂ ਜੋ ਇੱਛਾਵਾਂ ਲੱਗੀਆਂ ਹੈ। ਚੋਰੀ ਪੈਦਲ ਲਖੀਏ ਸੋਏ, ਚੋਰੀ ਕਰਨੀ ਜਿਹੜੀ ਆ ਹਰ ਵੇਲੇ ਮਨ ਬਾਣੀ ਸਰੀਰ ਕਰਕੇ, ਇਹ ਵੀ ਮੋਹ ਰਾਜੇ ਦੀ ਜਿਹੜੀ ਪੈਦਲ ਫੌਜ ਜਾਣ ਲਈਏ। ਦੋਹਰਾ ਔਰ ਗਣਨ ਕਿਹ ਲਗ ਕਰੋ, ਗੁਰੂ ਸਾਹਿਬ ਜੀ ਮੈਂ ਆਪਣੀ ਸੈਨਾ ਦੀ ਹੋਰ ਕਿੱਥੋਂ ਕੁ ਤੱਕ ਜਿਹੜਾ ਗਿਣਤੀ ਕਰਕੇ ਕਹਾਂ। ਜੋ ਚਤਰੰਗਨ ਸੈਨਾ, ਜੋ ਚਾਰ ਤਰ੍ਹਾਂ ਦੀ ਸੈਨਾ ਹੈ ਹੋਰ ਵੀ ਬੜੀ। ਛੱਡ ਦੋਰਹਾ ਜਿਸ ਦਿਸ਼ਾ ਕੋ, ਇਹ ਜਿੱਧਰ ਚਤਰੰਗਣੀ ਫੌਜ ਮੋਹ ਰੂਪੀ ਰਾਜੇ ਦੀ, ਜੋ ਮੇਰਾ ਹੀ ਉਹ ਵੀ ਸੈਨਾਪਤੀ, ਮੇਰਾ ਹੀ ਸਾਥੀ ਹੈ ਕਲਯੁਗ ਵਿੱਚ, ਜਿਸ ਤਰਫ ਵੀ ਉਹ ਜਿਸ ਦਿਸ਼ਾ ਵਿੱਚ ਚੜ ਕੇ ਦੌੜਦੀ ਹੈ ਫੌਜ ਚਤਰੰਗਣੀ, ਮਾਰ ਕਰਹਿ ਬਿਨ ਚੈਨ, ਮਾਰ ਕਰ ਦਿੰਦੀ ਹੈ ਤੇ ਬਿਨਾਂ ਚੈਨ ਤੋਂ ਕਰ ਦਿੰਦੀ, ਉੱਥੇ ਚੈਨ ਨਹੀਂ ਰਹਿਣ ਦਿੰਦੀ। ਭੂਰਾ ਮਾਤਰ ਵੀ ਐਸੀ ਚਤਰੰਗਣੀ ਫੌਜ ਹੈ। ਇਸ ਤਰ੍ਹਾਂ ਕਲਯੁਗ ਜਿਹੜਾ ਆਪਣੀ ਫੌਜ ਦੇ ਬਾਰੇ ਦੱਸ ਰਿਹਾ ਹੈ ਕਿ ਮੈਂ ਇਸ ਤਰ੍ਹਾਂ ਮੋਹ ਰੂਪੀ ਰਾਜਾ ਛੱਡਿਆ ਹੋਇਆ, ਅੱਗੇ ਉਹਦੀ ਚਾਰ ਤਰ੍ਹਾਂ ਦੀ ਚਤਰੰਗਣੀ ਫੌਜ ਹੈ। ਇਹ ਜਿਹੜਾ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਹੜਾ ਪ੍ਰਬੋਧ ਚੰਦਰ ਨਾਟਕ ਗ੍ਰੰਥ ਹੈ, ਉਹਦੇ ਵਿੱਚ ਬੜੇ ਵਿਸਥਾਰ ਦੇ ਨਾਲ ਹੀ ਇਹ ਕਥਾ ਲਿਖੀ ਹੋਈ ਹੈ। ਇੱਕ ਪਾਸੇ ਮੋਹ ਰੂਪੀ ਰਾਜਾ ਹੈ, ਇੱਕ ਪਾਸੇ ਜਿਹੜਾ ਵਿਵੇਕ ਰੂਪੀ ਰਾਜਾ ਹੈ। ਇੱਧਰ ਵਿਵੇਕ ਦੀ ਜਿਹੜੀ ਦੈਵੀ ਸੰਪਦਾ ਹੈ ਉਹ ਵਿਵੇਕ ਰਾਜੇ ਦੀ ਸੈਨਾ ਹੈ, ਜਿਹੜੀ ਆਸਰੀ ਸੰਪਦਾ ਮੋਹ ਰਾਜੇ ਦੀ ਸੈਨਾ ਹੈ। ਉਹਦੇ ਵਿੱਚ ਬਹੁਤ ਵਿਸਥਾਰ ਨਾਲ ਲਿਖਿਆ ਹੋਇਆ, ਉਹ ਗ੍ਰੰਥ ਪੜ੍ਹਨ ਦਾ ਵੀ ਬਹੁਤ ਆਨੰਦ ਹੈ। ਵਿਦਾਂਤ ਦਾ ਹੀ ਗ੍ਰੰਥ ਹੈ, ਪੰਡਿਤ ਗੁਲਾਬ ਸਿੰਘ ਜੀ ਨੇ ਇਹਨੂੰ ਲਿਖਿਆ ਹੋਇਆ ਬੜੀ ਕਮਾਈ ਕਰਕੇ। ਇਸੇ ਤਰ੍ਹਾਂ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਮੋਹ ਅਤੇ ਵਿਵੇਕ ਦੀ ਜਿਹੜੀ ਹੈ ਆਪ ਵਿੱਚ ਜੰਗ ਹੁੰਦੀ, ਉਹ ਕਥਾ ਹੁੰਦੀ ਹੈ, ਉਹਦੇ ਵਿੱਚ ਬੜਾ ਵਿਸਥਾਰ ਲਿਖਿਆ ਹੈ। ਗੁਰੂ ਸਾਹਿਬ ਜੀ ਨਾਲ ਜਿਵੇਂ ਕਲਯੁਗ ਦੀ ਭੇਟਾ ਹੋਈ, ਜਿਵੇਂ ਗੁਰੂ ਸਾਹਿਬ ਜੀ ਨੇ ਇਹਨੇ ਬੜਾ ਕੁਝ ਦੇਣ ਦੀ ਕੋਸ਼ਿਸ਼ ਕੀਤੀ, ਮਹਾਰਾਜ ਤੁਸੀਂ ਆਹ ਲੈ ਲਓ, ਮੈਂ ਤੁਹਾਨੂੰ ਆਹ ਭੇਟਾ ਦੇਣਾ, ਅਤੇ ਗੁਰੂ ਸਾਹਿਬ ਜੀ ਨੇ ਨਾਮ ਦੀ ਮਹਿਮਾ ਜਣਾਉਂਦੇ ਹੋਏ ਉਹ ਕੁਝ ਗ੍ਰਹਿਣ ਨਾ ਕੀਤਾ। ਜਿਵੇਂ ਉਹ ਪ੍ਰਸੰਗ ਆਉਣਗੇ ਆਪਾਂ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਔਰ ਗਣਨ ਕਹਿ ਲਗ ਕਰਾਂ, ਜੋ ਚਤੁਰੰਗਨ ਸੈਨਾ, ਚੜ ਦੋਰਹਾ ਜਿਸ ਦਿਸ਼ਾ ਕੋ, ਮਾਰ ਕਰਹਿ ਬਿਨ ਚੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।